ਜਿਹੜੇ ਕੇਸ ਮਿਸਰੈਪ੍ਰੈਜ਼ੈਂਟੇਸ਼ਨ ਦੇ ਜਿਹੜੇ ਕੇਸ ਸਾਡੇ ਪਏ ਹੋਏ ਨੇ ਉਹ ਕਹਿੰਦੇ ਨੇ ਕਿ ਸਾਡਾ ਕਸੂਰ ਹੈ, ਪਰ ਅਸੀਂ ਕਹਿੰਦੇ ਹਾਂ ਕਿ ਸਾਡਾ ਇਹਦੇ 'ਚ ਕਸੂਰ ਨਹੀਂ ਹੈਗਾ, ਸਾਨੂੰ ਨਹੀਂ ਸੀ ਪਤਾ ਉਸ ਚੀਜ਼ ਬਾਰੇ। ਮਤਲਬ 6 ਸਾਲ 'ਚ 4 ਵਾਰ ਚੈੱਕ ਪੁਆਇੰਟ ਸੀਗੇ। ਫਸਟ ਟਾਈਮ ਜਦੋਂ ਆਪਾਂ ਇੰਡੀਆ ਹੁੰਦੇ ਆ, ਜਦੋਂ ਉਹਨਾਂ ਨੇ ਫਾਈਲ ਪ੍ਰੋਸੈਸ ਕਰਦੇ ਆ। ਸੈਕਿੰਡ ਟਾਈਮ ਜਦੋਂ ਆਪਾਂ 에ਅਰਪੋਰਟ 'ਤੇ ਹੁੰਦੇ ਉਦੋਂ ਵੀ CBSE ਵਾਲੇ ਚੈੱਕ ਕਰਦੇ ਆ। ਥਰਡ ਟਾਈਮ ਮੈਂ ਇੱਕ ਸਟੱਡੀ ਪਰਮਿਟ ਐਕਸਟੈਂਸ਼ਨ ਲਾਈ ਸੀ, ਉਦੋਂ ਵੀ ਉਹਨਾਂ ਕੋਲ ਅਥਾਰਟੀ ਸੀਗੀ, ਉਹ ਵੈਲੀਡੇਟ ਕਰ ਸਕਦੇ ਸੀ। ਚੌਥੀ ਵਾਰ ਜਦੋਂ ਮੈਂ CBSE ਕੋਲ ਇਨ ਪਰਸਨ ਆਪਦਾ ਵਰਕ ਪਰਮਿਟ ਲੈ ਕੇ ਆਈ ਸੀਗੀ। ਜੇ 1% ਵੀ ਹੁੰਦਾ ਤਾਂ ਮੈਂ ਪਹਿਲੇ ਤਾਂ CBSE ਜਾਂਦੀ ਨਹੀਂ। ਸਾਡੇ ਇਹੀ ਸਵਾਲ ਨੇ ਜਿਹੜੇ ਅਸੀਂ ਅੱਜ ਵੀ ਪੁੱਛਦੇ ਆ ਰਹੇ ਹਾਂ ਕਿ what the immigration officer duty when I apply first from India। ਤਾਂ ਆਪਾਂ ਨੂੰ ਉਹ 3 ਮਹੀਨੇ ਦਾ ਟਾਈਮ ਦਿੰਦੇ ਨੇ ਜਦੋਂ ਆਪਣੀ ਐਪਲੀਕੇਸ਼ਨ ਪ੍ਰੋਸੈਸ ਹੋਣੀ ਹੁੰਦੀ ਆ। ਤਾਂ ਉਹਨੇ ਉਸ 3 ਮਹੀਨੇ ਦੇ ਵਿੱਚ ਕੀ ਕੀਤਾ, ਕਿਉਂ ਉਸਨੇ ਇਹ ਚੈੱਕ ਨਹੀਂ ਕੀਤਾ ਕਿ ਜਿਹੜੀ ਇਹ ਆਫਰ ਲੈਟਰ ਮੇਰੀ ਫਾਈਲ ਵਿੱਚ ਮੇਰੇ ਏਜੰਟ ਦੇ ਦੁਆਰਾ ਲਗਾਈ ਗਈ ਸੀ ਉਹ ਫੇਕ ਸੀ। ਆਲਰੇਡੀ ਅਸੀਂ ਸਾਰਾ ਕੁਝ ਦਾਅ 'ਤੇ ਲਾਤਾ ਆ। ਸਾਰੀ ਪੇਰੈਂਟਸ ਦੀ ਜਿਹੜੀ ਸੇਵਿੰਗਸ ਆ ਉਹ ਲੱਗ ਚੁੱਕੀਆਂ ਨੇ, ਅਤੇ ਇਸ ਪੁਆਇੰਟ 'ਤੇ ਆ ਕੇ ਜੇ ਇਹ ਆਪਾਂ ਨੂੰ ਫੇਸ ਕਰਨੀ ਪਵੇ ਡੈਪੂਟੇਸ਼ਨ ਤਾਂ ਇੱਦਾਂ ਲੱਗਦਾ ਆ, ਅਤੇ ਉਹ ਬਹੁਤ ਹੀ ਜ਼ਿਆਦਾ ਹਾਰਟ ਬ੍ਰੇਕਿੰਗ ਹੋਊਗੀ। ਸਭ ਕੁਝ ਠੀਕ ਸੀਗਾ ਸਾਡੀ ਫਾਈਲ 'ਚ, ਈਵਨ ਕਿ ਮੇਰੇ ਆਇਲਸ 'ਚੋਂ ਵੀ 7 ਬੈਂਡ ਸੀਗੇ, ਸੋ ਮੈਨੂੰ ਲੋੜ ਹੀ ਕੀ ਸੀਗੀ ਫੇਕ ਆਫਰ ਲੈਟਰ ਦੀ। ਤੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਜੀ ਟਰੂਡੋ ਨੂੰ ਕਿ ਜਿੰਨੀ ਛੇਤੀ ਵੀ ਹੋ ਸਕਦਾ ਜੀ ਇਹ ਸਾਰਿਆਂ ਨੂੰ ਆਪਣਾ ਜਿਹੜੀ ਡੈਪੂਟੇਸ਼ਨ ਆ ਉਹ ਕੈਂਸਲ ਕਰਕੇ ਸਾਰਿਆਂ ਨੂੰ ਘਰੇ ਭੇਜਿਆ ਜਾਵੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਐਲੀਮਾਰਟ ਜੀ, ਤੇ ਮੇਰੇ ਨਾਲ ਸਾਡਾ ਭਰਾ ਹਨੀ ਫਰੋਮ ਬੀਬਾ ਬੋਇਜ਼। ਤੇ ਅੱਜ ਮੀਂਹ ਪੈ ਰਿਹਾ ਸੀਗਾ, ਅਸੀਂ ਸਵੇਰ ਦੇ ਲੱਗੇ ਹੋਏ ਆ। ਜਿੱਦਾਂ ਤੁਸੀਂ ਦੇਖਦੇ ਹੋ ਪਿੱਛੇ ਟੈਂਟ ਲੱਗੇ ਆ, ਸਾਰੀ ਸੇਵਾ ਆਪਣੇ ਫੀਬਿਆਂ ਨੇ ਕਰੀ ਹੈ ਜੀ, ਤੇ ਫਤਿਹ ਹੋਣਾ ਨੇ ਸਾਰੀ ਸੇਵਾ ਕਰੀ ਹੈ। ਤੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਜੀ ਟਰੂਡੋ ਨੂੰ ਕਿ ਜਿੰਨੀ ਛੇਤੀ ਵੀ ਹੋ ਸਕਦਾ ਜੀ ਇਹ ਸਾਰਿਆਂ ਨੂੰ ਆਪਣਾ ਜਿਹੜੀ ਡੈਪੂਟੇਸ਼ਨ ਆ ਉਹ ਕੈਂਸਲ ਕਰਕੇ ਸਾਰਿਆਂ ਨੂੰ ਘਰੇ ਭੇਜਿਆ ਜਾਵੇ। ਤੇ ਜਿੰਨੇ ਵੀ ਵੱਧ ਤੋਂ ਵੱਧ ਸਟੂਡੈਂਟ ਇੱਥੇ ਆ ਸਕਦੇ ਆ, ਜਾਂ ਸਟੂਡੈਂਟ ਨਹੀਂ ਸਾਰੀ ਕਮਿਊਨਿਟੀ ਨੂੰ, ਮੈਂ ਪੰਜਾਬੀ ਨੂੰ ਕੋਈ ਵੀ ਹੈ ਜਿਹੜਾ ਵੀ ਇਸ ਧਰਨੇ ਦੇ ਵਿੱਚ ਹੈਲਪ ਕਰੂਗਾ, ਜੇ ਕੋਈ ਹੋਰ ਨਹੀਂ ਦੇਖੂਗਾ ਤਾਂ ਪ੍ਰਮਾਤਮਾ ਜ਼ਰੂਰ ਦੇਖਦਾ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੀ ਵੱਧ ਤੋਂ ਵੱਧ ਇੱਥੇ ਪਹੁੰਚੋ ਤੇ ਸਟੂਡੈਂਟਾਂ ਦਾ ਮਾਣ ਵਧਾਓ ਤੇ ਛੇਤੀ ਛੇਤੀ ਇਸ ਧਰਨੇ ਨੂੰ ਫਿਨਿਸ਼ ਕਰਨ ਦੇ ਵਿੱਚ ਸਾਡਾ ਯੋਗਦਾਨ ਪਾਓ। ਮੇਰਾ ਨਾਮ ਲਵਪ੍ਰੀਤ ਸਿੰਘ ਆ, ਅਤੇ ਪਿਛਲੇ ਕਿੰਨੇ ਦਿਨਾਂ ਤੋਂ ਕਾਫੀ ਇੰਟਰਵਿਊਜ਼ ਵੀ ਹੋਏ, ਅਤੇ ਆਪਾਂ ਪ੍ਰੋਟੈਸਟ ਤੋਂ ਵੀ ਟਰਾਈ ਕੀਤੀ ਐਕਸਪਲੇਨ ਕਰਨ ਦੀ ਸਾਰਾ ਕੁਛ ਜੋ ਵੀ ਹੋਇਆ ਇੰਸੀਡੈਂਟ। ਅਤੇ ਮੇਰਾ ਵੀ ਇੱਕ ਵਾਰ ਫਿਰ ਰਿਕੁਐਸਟ ਇਹ ਆਈ ਸੀਗੀ ਕਿ ਆਪਣੀ ਜੋ ਵੀ ਹੋਇਆ ਡਿਟੇਲਸ ਦੇ ਵਿੱਚ ਆਪਾਂ ਐਕਸਪਲੇਨ ਕਰੀਏ। ਅਜੇ ਵੀ ਕਈ ਵਾਰ ਕਈ ਸੰਗਤ ਦੇ ਵਿੱਚੋਂ ਜਾਂ ਅਜੇ ਤੱਕ ਲੱਗਦਾ ਆ ਕਿ ਕਈ ਲੋਕਾਂ ਤੱਕ ਅਜੇ ਅਸਲੀ ਗੱਲ ਪਹੁੰਚੀ ਨਹੀਂ ਹੈਗੀ, ਅਤੇ ਮੈਂ ਟਰਾਈ ਕਰਦਾ ਐਕਸਪਲੇਨ ਕਰਨ ਦੀ ਸਾਰਾ ਕੁਛ। ਸ਼ੁਰੂਆਤ ਕਰਦੇ ਇਸ ਚੀਜ਼ ਤੋਂ ਵੀ ਇਹ ਪ੍ਰੋਟੈਸਟ ਕਿਉਂ ਆ। ਪ੍ਰੋਟੈਸਟ ਇਹ ਪਿਛਲੇ 15-16 ਦਿਨਾਂ ਤੋਂ ਚੱਲ ਰਹੀ ਆ। ਇਹ ਪ੍ਰੋਟੈਸਟ ਇਸ ਕਰਕੇ ਆ ਕਿ ਸਟੂਡੈਂਟਸ 'ਤੇ ਬਲੇਮ ਲਾਇਆ ਜਾ ਰਿਹਾ ਆ ਕਿ ਉਹਨਾਂ ਨੇ ਫੌਰਜ ਡਾਕੂਮੈਂਟ 'ਤੇ ਕੈਨੇਡਾ ਦੇ ਵਿੱਚ ਐਂਟਰੀ ਲਈ। ਉਹ ਫੌਰਜ ਡਾਕੂਮੈਂਟ ਹੈਗਾ ਆ ਐਕਸੈਪਟੈਂਸ ਲੈਟਰ ਕਾਲਜ ਦੀ। ਅਤੇ ਪਹਿਲਾਂ ਤਾਂ ਤੁਹਾਨੂੰ ਇਹ ਗੱਲ ਸਮਝਣੀ ਪੈਣੀ ਹੈ ਵੀ ਇਹ ਜਿਹੜੀ ਇਹ ਨੋਰਮਲ ਪ੍ਰੈਕਟਿਸ ਆ ਪੰਜਾਬ ਦੇ ਵਿੱਚ, ਬੱਚਾ ਏਜੰਟ ਕਰਦਾ ਆ ਅਤੇ ਉਹਨੂੰ ਹਾਇਰ ਕਰਦਾ ਆ ਕਿ ਉਹ ਫਾਈਲ ਪ੍ਰੀਪੇਅਰ ਕਰ ਸਕੇ। ਅਤੇ ਇਹਦਾ ਇੱਕ ਹੋਰ ਕਾਰਨ ਵੀ ਬਣਦਾ ਆ, ਉਹ ਕਾਰਨ ਇਹ ਹੈ ਕਿ ਇੱਥੇ ਦੇ ਕਾਲਜਿਸ ਇੱਕ ਬੈਰੀਅਰ ਵੀ ਕ੍ਰੀਏਟ ਕਰਦੇ ਆ ਬੱਚੇ 'ਤੇ ਡਾਇਰੈਕਟ ਕਾਲਜ ਦੇ ਵਿੱਚ ਡਾਇਰੈਕਟ ਡੀਲਿੰਗ ਕਰਨੀ ਕਈ ਕਾਲਜ ਦੇ ਨਾਲ ਪੋਸੀਬਲ ਹੈ ਨਹੀਂ, ਅਤੇ ਉਹ ਤਾਂ ਹੀ ਬੱਚੇ ਏਜੰਟ ਹਾਇਰ ਕਰਦੇ ਨੇ। ਅਤੇ ਅਜੇ ਵੀ ਜਿੰਨੇ ਵੀ ਏਜੰਟਸ ਹੈਗੇ ਨੇ ਜਿਹੜੇ ਇਹ ਕੰਮ ਕਰ ਰਹੇ ਨੇ ਜਾਂ ਉਹ ਅੱਗੇ ਫਿਊਚਰ 'ਚ ਕਰ ਸਕਦੇ ਨੇ, ਜਿਹਨੂੰ ਆਪਾਂ ਗੋਸਟ ਕੰਸਲਟੈਂਟ ਵੀ ਕਹਿੰਦੇ ਹਾਂ, ਇਹ ਗੱਲ ਸਾਹਮਣੇ ਆਈ ਹੈ ਕਿ ਕਾਲਜਿਸ ਦੇ ਆਰ ਸਟਿਲ ਡੀਲਿੰਗ ਵਿਦ ਦੈਮ। ਅਤੇ ਹੁਣ ਆਪਾਂ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਸ਼ੁਰੂਆਤ ਕਿੱਥੋਂ ਹੁੰਦੀ ਆ। ਜਦ ਏਜੰਟ ਫੇਕ ਆਫਰ ਲੈਟਰ ਦੇ ਦਿੰਦਾ ਆ, ਬੱਚਾ ਆ ਜਾਂਦਾ ਕੈਨੇਡਾ, ਇਮੀਗ੍ਰੇਸ਼ਨਸ 'ਚੋਂ ਨਿਕਲਦਾ, ਡਿਫਰੈਂਟ ਸਟੈਪਸ 'ਚੋਂ ਨਿਕਲਦਾ ਆ, ਅਤੇ ਆਪਣਾ ਏਅਰਪੋਰਟ ਤੋਂ ਬਾਹਰ ਆ ਜਾਂਦਾ ਆ, ਅਤੇ ਨੋਰਮਲ ਪ੍ਰੈਕਟਿਸ ਹੈ ਕਿ ਉਹ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਉਹਨੇ ਕਾਲਜ ਦੇ ਵਿੱਚ। ਅਤੇ ਉਸ ਟਾਈਮ ਫਿਰ ਏਜੰਟ ਦੀ ਕਾਲ ਆਉਂਦੀ ਆ ਬੱਚਿਆਂ ਨੂੰ, ਮੈਨੂੰ ਵੀ ਆਈ ਸੀ। ਮੇਨ ਜਿਹੜੀ ਮੇਰੀ ਸਟੋਰੀ ਹੈਗੀ ਆ ਉਹ ਮੈਂ ਸਤੰਬਰ ਦੇ ਵਿੱਚ ਆਇਆ ਸੀਗਾ, 2000 ਸਤੰਬਰ ਦੇ ਵਿੱਚ ਕੈਨੇਡਾ। ਅਤੇ ਏਜੰਟ ਕਹਿੰਦਾ ਆ ਕਾਲ ਕਰਕੇ ਵੀ ਭਾਈ ਕਾਲਜ ਨਹੀਂ ਜਾਣਾ,
ਤੇ ਉਹ ਥੋੜੀ ਗੱਲ ਦਿਮਾਗ 'ਚ ਲੱਗਦੀ ਹੈ ਕਿ ਵੀ ਕਿਉਂ ਨਹੀਂ ਜਾਣਾ। ਫਿਰ ਉਹ ਰੀਜ਼ਨਸ ਦਿੰਦਾ ਆ ਵੀ ਸੀਟਾਂ ਫੁੱਲ ਹੋ ਗਈਆਂ। ਇਹ ਡਿਫਰੈਂਟ ਰੀਜ਼ਨਸ ਹੁੰਦੇ ਆ ਬੱਚਿਆਂ ਨੂੰ ਵੀ ਸੀਟਾਂ ਫੁੱਲ ਹੋ ਗਈਆਂ, ਡੈਫਰ ਹੋ ਗਿਆ, ਸਟ੍ਰਾਈਕ ਹੋ ਗਿਆ। ਉਹ ਇਦਾਂ ਕਨਵਿੰਸ ਕਰਦਾ ਕਿ ਬੱਚੇ ਕਨਵਿੰਸ ਹੋ ਜਾਂਦੇ ਆ। ਪਰ ਮੈਨੂੰ ਥੋੜਾ ਜਿਹਾ ਲੱਗਿਆ ਇਟਸ ਫਿਸ਼ੀ, ਤਾਂ ਮੈਂ ਕਾਲਜ ਚਲੇ ਗਿਆ। ਜਦ ਮੈਂ ਕਾਲਜ ਗਿਆ ਉੱਥੇ ਜਾ ਕੇ ਕਹਿੰਦੇ ਕਿ ਤੂੰ ਸਿਸਟਮ 'ਚ ਸ਼ੋ ਨਹੀਂ ਹੁੰਦਾ, ਦੇयर ਕੈਨ ਬੀ ਅ ਕਲੈਰੀਕਲ ਮਿਸਟੇਕ। ਤੇ 2017 'ਚ ਕੋਈ ਅਵੇਅਰਨੈਸ ਹੈ ਨਹੀਂ ਸੀਗੀ, ਤਾਂ ਸਾਰਿਆਂ ਨੂੰ ਲੱਗਿਆ ਕਿ ਵੀ ਇਹ ਪੋਸੀਬਲ ਨਹੀਂ ਹੈਗੀ ਚੀਜ਼ ਵੀ ਫੇਕ ਆਫਰ ਲੈਟਰ ਤੇ ਕੋਈ ਕੈਨੇਡਾ ਦੇ ਵਿੱਚ ਐਂਟਰੀ ਕਰ ਸਕਦਾ ਆ। ਤਾਂ ਕਰਕੇ ਬੜੀ ਮਿਸਕਮਿਊਨੀਕੇਸ਼ਨ ਵੀ ਕਹਿ ਸਕਦੇ ਆ, ਤੇ ਪ੍ਰੋਪਰ ਕਲੈਰਿਟੀ ਨਹੀਂ ਸੀ ਆ ਰਹੀ ਵੀ ਹੋਇਆ ਕੀ ਆ। ਤੇ ਮੈਂ ਕਾਫੀ ਟਾਈਮ ਤੱਕ ਕਾਲਜ ਨਾਲ ਕੋਆਰਡੀਨੇਟ ਕਰਨ ਦੀ ਕੋਸ਼ਿਸ਼ ਕੀਤੀ ਵੀ ਹੈ ਨਾ ਕਿਉਂ ਐਡਮਿਸ਼ਨ ਨਹੀਂ ਹੈਗੀ ਮੇਰੀ ਵੀ, ਸਾਰਾ ਕੁਝ। ਤੇ ਜਦ ਐਪ ਮੈਂ ਕਾਫੀ 2-3 ਮਹੀਨੇ ਵੇਸਟ ਹੋ ਗਏ, ਤਾਂ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ, ਐਡਮਿਸ਼ਨ ਨਹੀਂ ਹੈਗੀ, ਗਿਵ ਮੀ ਮਾਈ ਫੀਸ ਬੈਕ। ਕਿਉਂਕਿ ਕੌਨਸਟੈਂਟਲੀ ਏਜੰਟ ਕਹਿੰਦਾ ਸੀਗਾ ਵੀ ਤੇਰੀ ਫੀਸ ਹੈ ਜਿਹੜੀ ਕਾਲਜ ਦੇ ਵਿੱਚ ਹੈਗੀ ਆ। ਤੇ ਉਹ ਜਿਹੜੀ ਕੈਂਪਸ ਸੀਗਾ ਲੈਂਪਟਨ ਕਾਲਜ ਮਿਸਿਸਾਗਾ, ਤੇ ਉਹਦੇ 'ਚ ਕੋਈ ਚੰਗਾ ਜਵਾਬ ਮੈਨੂੰ ਮਿਲਿਆ ਨਹੀਂ, ਕਲੈਰਿਟੀ ਮਿਲੀ ਨਹੀਂ। ਤੇ ਫਿਰ ਮੈਂ ਜਿਹੜਾ ਮੇਨ ਕੈਂਪਸ ਆ ਸਾਰਨੀਆ ਦੇ ਵਿੱਚ, ਲੈਂਪਟਨ ਕਾਲਜ ਸਾਰਨੀਆ, ਉਹ ਡੀਨ ਨੂੰ ਈਮੇਲ ਮੈਂ ਕਰਦਾ ਆ, ਐਕਸਪਲੇਨ ਕਰਦਾ ਸਾਰੀ ਸਿਚੁਏਸ਼ਨ ਵੀ ਦਿਸ ਇਜ਼ ਅ ਸਿਚੁਏਸ਼ਨ, ਮੈਨੂੰ ਮੇਰੀ ਫੀਸ ਰਿਫੰਡ ਕਰ ਦਿਓ ਸੋ ਦੈਟ ਮੈਂ ਆਪਣੇ ਡਿਫਰੈਂਟ ਕਾਲਜ 'ਚ ਐਡਮਿਸ਼ਨ ਲੈ ਲਵਾਂ। ਤੇ ਫਿਰ ਉਹ ਇਹ ਮੈਨੂੰ ਸਕੈਜੂਲ ਹੁੰਦੀ ਹੈ ਮੀਟਿੰਗ, ਮੇਰੀ ਮੀਟਿੰਗ ਸਕੈਜੂਲ ਹੋਣ ਤੋਂ ਬਾਅਦ ਵਿੱਚ ਉੱਥੇ CBSA ਆ ਜਾਂਦੀ ਆ, ਕਿਉਂਕਿ ਕਾਲਜ ਇਨਫੋਰਮ ਕਰ ਦਿੰਦਾ ਆ। ਫਿਰ ਉਸ ਟਾਈਮ ਮੈਨੂੰ ਪਿਕਚਰ ਕਲੀਅਰ ਹੁੰਦੀ ਹੈ ਕਿ ਕੀ ਹੋਇਆ ਮੇਰਾ ਐਗਜ਼ੈਕਟਲੀ, ਕਿ ਕਾਲਜ ਦੇ ਵਿੱਚ ਉਹਨਾਂ ਨੇ ਕਦੇ ਫੀਸ ਮੇਰੀ ਪੇ ਨਹੀਂ ਸੀ ਕੀਤੀ। ਤੇ ਉਸ ਤੋਂ ਬਾਅਦ ਵਿੱਚ ਕਾਲਜ ਵਿੱਚ ਉਹਨਾਂ ਨੇ ਕਦੇ ਫੀਸ ਪੇ ਨਹੀਂ ਸੀ ਕੀਤੀ। ਤੇ ਜਦ CBSA ਐਂਟਰ ਹੋ ਜਾਂਦੀ ਆ ਤਾਂ ਫਿਰ ਮੇਰਾ ਕੇਸ ਚੱਲਦਾ ਆ, ਤੇ ਕੋਰਟ ਦੇ ਵਿੱਚ ਜਦ ਮੇਰਾ ਕੇਸ ਹੁੰਦਾ ਆ, ਫਿਰ ਮੈਂ ਉਹ ਪ੍ਰੂਫ ਹੋਣ ਦੇ ਬਾਵਜੂਦ ਵੀ ਕਿ ਮੇਰੀ ਇਹਦੇ 'ਚ ਇਨਵੋਲਵਮੈਂਟ ਨਹੀਂ ਹੈਗੀ, ਮੇਰਾ ਇਹ 'ਚ ਫਾਲਟ ਨਹੀਂ ਹੈਗਾ, ਤਾਂ ਫਿਰ ਉਹ ਕੇਸ ਮੈਂ ਲੂਜ਼ ਕਰ ਜਾਂਦਾ ਆ। ਕਿਉਂਕਿ ਜਿਹੜਾ ਲਾਅ ਆ ਉਹ ਕਹਿੰਦਾ ਆ ਕਿ ਡਾਇਰੈਕਟ ਔਰ ਇਨਡਾਇਰੈਕਟ ਵੀ ਕੀਤਾ ਚਾਹੇ ਤੁਸੀਂ ਹੈ ਚਾਹੇ ਨਹੀਂ ਕੀਤਾ, ਪਰ ਯੂ ਹੈਵ ਟੂ ਫੇਸ ਦ ਕੌਨਸੀਕੁਐਂਸਿਸ। ਤੇ ਫਿਰ ਮੇਰਾ ਲਾਇਰ ਪ੍ਰਪੇਅਰ ਕਰਦੇ ਆਪਾਂ, TRP ਸਟੱਡੀ ਪਰਮਿਟ ਐਪਲੀਕੇਸ਼ਨ ਇੱਕ ਹੁੰਦੀ ਆ, ਉਹ ਪ੍ਰਪੇਅਰ ਕਰਦੇ ਆ। ਤੇ ਮੈਨੂੰ ਲੱਕੀਲੀ ਮੈਂ ਅਪਰੂਵ ਹੋ ਜਾਂਦਾ ਹੈ ਕਿ ਮੇਰੇ ਕੋਲ ਇਨਫ ਪ੍ਰੂਫਸ ਹੁੰਦੇ ਆ, ਜਿਹੜਾ ਕਿ ਮਿਨਿਸਟਰਸ ਨੂੰ ਕਨਵਿੰਸ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਮੈਂ, ਕਿ ਮੈਨੂੰ ਫਿਰ TRP ਸਟੱਡੀ ਪਰਮਿਟ ਮਿਲ ਜਾਂਦੀ ਹੈ। ਮੈਂ ਪੜ੍ਹਾਈ ਕਰਦਾ ਆਪਣੀ ਡਿਫਰੈਂਟ ਕਾਲਜ ਦੇ ਵਿੱਚ, ਉੱਥੇ ਸਪਲਾਈ ਚੇਨ ਮੈਨੇਜਮੈਂਟ ਮੇਰਾ ਕੋਰਸ ਹੁੰਦਾ ਹੈ, ਉਹ ਮੈਂ ਆਪਣਾ ਪੂਰਾ ਕਰਦਾ ਹਾਂ, ਕੰਪਲੀਟ ਕਰਦਾ ਹਾਂ। ਕੰਪਲੀਟ ਕਰਨ ਤੋਂ ਬਾਅਦ ਵਿੱਚ ਆਈ ਵਾਸ ਵੇਟਿੰਗ ਫॉर द ਵਰਕ ਪਰਮਿਟ, ਤੇ ਸਾਲ 1.5 ਸਾਲ ਤੋਂ ਉੱਪਰ ਹੋ ਗਿਆ ਸੀਗਾ ਮੈਂ ਵਰਕ ਪਰਮਿਟ ਵੇਟ ਕਰ ਰਿਹਾ ਸੀ। ਤੇ ਫਿਰ ਪਿਛਲੇ 2-3 ਮਹੀਨੇ ਵਿੱਚ ਫਿਰ ਮੈਨੂੰ ਲੈਟਰ ਆ ਜਾਂਦੀ ਹੈ ਕਿ ਤੁਹਾਡੀ ਜਿਹੜੀ ਪਹਿਲੀ ਤੁਹਾਡੀ ਜਿਹੜਾ ਤੁਹਾਨੂੰ ਮਿਲਿਆ ਸੀਗਾ ਪਰਮਿਟ ਉਹ ਐਕਸਪਾਇਰ ਹੋ ਗਿਆ, ਤੇ ਨਾਓ ਯੂ ਹੈਵ ਟੂ ਲੀਵ ਦ ਕੰਟਰੀ। ਤੇ ਉਹ ਫਿਰ ਹੁਣ ਇੱਥੇ ਗੱਲ ਇਹ ਆਉਂਦੀ ਹੈ ਕਿ ਇਨਐਡਮਿਸਿਬਿਲਿਟੀ ਦੇ ਜਿਹੜੇ ਕੇਸ, ਮਿਸ ਰੈਪਰੈਜ਼ੈਂਟੇਸ਼ਨ ਦੇ ਜਿਹੜੇ ਕੇਸ ਸਾਡੇ ਤੇ ਪਏ ਹੋਏ ਨੇ, ਉਹ ਕਹਿੰਦੇ ਨੇ ਕਿ ਸਾਡਾ ਕਸੂਰ ਹੈ, ਪਰ ਅਸੀਂ ਕਹਿੰਦੇ ਹਾਂ ਕਿ ਸਾਡਾ ਇਹਦੇ 'ਚ ਕਸੂਰ ਨਹੀਂ ਹੈਗਾ, ਸਾਨੂੰ ਨਹੀਂ ਸੀ ਪਤਾ ਉਸ ਚੀਜ਼ ਬਾਰੇ। ਤੇ ਇੱਥੇ ਆਪਾਂ 2 ਚੀਜ਼ਾਂ ਸਮਝਣੀਆਂ ਪੈਣੀਆਂ ਆਪਾਂ, 2 ਚੀਜ਼ਾਂ ਕਿ ਪਹਿਲਾਂ ਤਾਂ ਇਹ ਹੈ ਕਿ ਜੇ ਸਾਨੂੰ ਫੇਕ ਆਫਰ ਲੈਟਰ ਦੀ ਲੋੜ ਹੈ ਕਿਉਂ ਆ, ਇੰਜੀਨੀਅਰਿੰਗ ਮੇਰੀ ਕੀਤੀ ਹੋਈ ਹੈ, 7 ਬੈਂਡ ਮੇਰੇ ਆਇਲਸ ਸੀਗੇ, ਮੈਨੂੰ ਲੋੜ ਹੈ ਕਿ ਫੇਕ ਆਫਰ ਲੈਟਰ ਦੀ। ਤੇ ਦੂਜੀ ਗੱਲ ਇੰਟੈਂਸ਼ਨ, ਵੀ ਜੇ ਸਾਡੀ ਇੰਟੈਂਸ਼ਨ ਸਿਰਫ ਇਹੀ ਹੁੰਦੀ ਵੀ ਕੈਨੇਡਾ ਦੇ ਵਿੱਚ ਕਿਸੇ ਤਰੀਕੇ ਨਾਲ ਐਂਟਰੀ ਕਰਨੀ ਹੈ, ਚਾਹੇ ਫੇਕ ਆਫਰ ਲੈਟਰ 'ਤੇ ਕਰੀਏ ਚਾਹੇ ਜਿੱਦਾਂ ਮਰਜ਼ੀ ਕਰੀਏ, ਸਿਰਫ ਐਂਟਰੀ ਕਰਨੀ ਆ। ਏਅਰਪੋਰਟ ਤੋਂ ਬਾਹਰ ਅਸੀਂ ਆ ਗਏ ਸੀਗੇ, ਅਸੀਂ ਆਲਰੇਡੀ ਸਕਸੀਡ ਹੋ ਚੁੱਕੇ ਸੀਗੇ ਆਪਣੇ ਮਕਸਦ ਦੇ ਵਿੱਚ, ਜੇ ਅਸੀਂ ਇਨਵੋਲਵ ਹੁੰਦੇ ਵਿੱਚ। ਤੇ ਪਰ ਜਿਹੜਾ ਬੰਦਾ ਫੇਕ ਆਫਰ ਲੈਟਰ 'ਤੇ ਪਰ ਆਊਗਾ, ਇਹ ਸੋਚ ਕੇ ਆਊਗਾ ਕਿ ਭਾਈ ਮੈਨੂੰ ਬਸ ਕੈਨੇਡਾ ਪਹੁੰਚਾ ਦਿਓ, ਤੇ ਉਹ ਏਅਰਪੋਰਟ ਤੋਂ ਬਾਹਰ ਆਉਂਦੀ ਸਾਰ ਉਹ ਕੋਈ ਹੋਰ ਹੱਲ ਲੱਭੂਗਾ, ਆਪਣਾ ਪੜ੍ਹਨ ਵਾਲੇ ਪਾਸੇ ਨਹੀਂ ਜਾਊਗਾ। ਤਾਂ ਸਾਰੇ ਬੱਚੇ ਨੇ ਪੜ੍ਹਾਈ ਕੀਤੀ ਆ, ਤੇ ਇਹਦਾ ਮਤਲਬ ਇਹ ਇੰਟੈਂਸ਼ਨ ਕਲੀਅਰ ਹੁੰਦੀ ਕਿ ਜੇ ਇਹ ਬੱਚੇ ਪੜ੍ਹਨ ਵਾਲੇ ਇਹਨਾਂ ਨੇ ਪੜ੍ਹਾਈ ਆਪਣੀ ਪੂਰੀ ਕੀਤੀ ਆ। ਤੇ ਇਹ ਚੀਜ਼ ਸਮਝਣੀ ਪੈਣੀ ਆਪਾਂ ਨੂੰ, ਬੱਚੇ ਨੇ ਪੜ੍ਹਾਈ ਪੂਰੀ ਕੀਤੀ, ਇਹਨਾਂ ਦੀ ਇੰਟੈਂਸ਼ਨ ਕਲੀਅਰ ਹੈ, ਪੜ੍ਹਨ ਆਏ ਸੀਗੇ। ਤੇ ਜਿਨ੍ਹਾਂ ਦੀ ਇੰਟੈਂਸ਼ਨ ਕਲੀਅਰ ਹੁੰਦੀ, ਜਿਹੜੇ ਪੜ੍ਹਨ ਆਏ ਸੀਗੇ, ਤੇ ਉਹ ਕਦੇ ਫੇਕ ਆਫਰ ਲੈਟਰ ਲੈ ਕੇ ਨਹੀਂ ਆਉਣਗੇ। ਤੇ ਦੂਜੀ ਗੱਲ ਇਹ ਹੈ ਕਿ ਉਹ ਆਲਰੇਡੀ ਐਲੀਜੀਬਲ ਹੈਗੇ ਆ ਅਸਲੀ ਆਫਰ ਲੈਟਰ ਲੈਣ ਦੇ, ਉਹ ਕਾਬਿਲ ਹੈਗੇ ਇਸ ਚੀਜ਼ ਦੇ ਵੀ ਅਸੀਂ ਅਸਲੀ ਆਫਰ ਲੈਟਰ ਅਸੀਂ ਲੈ ਸਕਦੇ ਹਾਂ, ਤਾਂ ਉਹਨਾਂ ਨੂੰ ਫੇਕ ਆਫਰ ਲੈਟਰ ਲੈਣ ਦੀ ਲੋੜ ਕੀ ਆ। ਇਹ ਚੀਜ਼ਾਂ ਲੌਜੀਕਲ ਆ, ਪਰ ਹੁਣ ਗੱਲ ਇਹ ਹੈ ਕਿ ਸਰਕਾਰ ਨੂੰ ਵੀ ਸਮਝ ਲੱਗ ਰਹੀ ਹੈ ਇਸ ਗੱਲ ਦੀ, ਤਾਂ ਹੀ ਉਹ ਸਰਕਾਰ ਬਾਰ-ਬਾਰ ਆਪਣੇ ਜਿਹੜੇ ਅਨਾਊਂਸਮੈਂਟ ਜਾਂ ਸਰਕਾਰ ਬਾਰ-ਬਾਰ ਟਵਿੱਟਰ ਤੇ ਡਿਫਰੈਂਟ ਮੀਡੀਆਜ਼ ਤੇ ਪਲੇਟਫਾਰਮਸ ਤੇ ਕਹਿੰਦੀ ਹੈ ਕਿ ਜਿਹੜੇ ਵਿਕਟਮਸ ਹੈਗੇ ਆ ਉਹਨਾਂ ਨੂੰ ਸਫਰ ਨਹੀਂ ਕਰਨਾ ਪਊਗਾ, ਜਿਹੜੇ ਕਲਪ੍ਰਿਟਸ ਹੈ ਉਹਨਾਂ ਨੂੰ ਸਫਰ ਕਰਨਾ ਪਊਗਾ। ਸਰਕਾਰ ਆਲਰੇਡੀ ਸਾਡੇ ਹੱਕ 'ਚ ਹੈਗੀ ਹੈ, ਪਰ ਗਰਾਊਂਡ ਲੈਵਲ ਤੇ ਸਾਨੂੰ ਜੇ ਕੋਈ ਰਿਜ਼ਲਟ ਨਹੀਂ ਮਿਲਿਆ, ਪਰ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪੋਜ਼ਿਟਿਵ ਡਿਸੀਜਨ ਮਿਲੇ ਇਮੀਗ੍ਰੇਸ਼ਨ ਮਿਨਿਸਟਰ ਤੋਂ, ਇਮੀਗ੍ਰੇਸ਼ਨ ਕਮੇਟੀ ਤੋਂ,
ਤੇ ਅਸੀਂ ਆਹੀ ਉਮੀਦ ਕਰਦੇ ਤੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਬਹੁਤ ਬਹੁਤ ਸਾਥ ਦਿੱਤਾ। ਅਸੀਂ ਅੱਜ ਉਰੇ ਪਹੁੰਚੇ ਹਾਂ। ਜਿਹੜਾ ਵੀ ਅਸੀਂ ਜਿੰਨੀ ਵੀ ਅਸੀਂ ਕਾਮਯਾਬੀ ਸਾਨੂੰ ਮਿਲੀ ਹੈ, ਭਾਵੇਂ ਇੱਕ ਕਦਮ ਅਸੀਂ ਵਧੇ ਹਾਂ, ਉਹ ਕਾਮਯਾਬੀ ਦਾ ਜਿਹੜਾ ਕ੍ਰੈਡਿਟ ਆ ਉਹ ਜਾਂਦਾ ਸਾਰੀ ਸੰਗਤ ਨੂੰ ਜਾਂਦਾ ਆ। ਇਹ ਮੋਰਚੇ ਦੇ ਪਿੱਛੇ ਕਿਸੇ ਇੱਕ ਬੰਦੇ ਦਾ ਹੱਥ ਨਹੀਂ ਹੈਗਾ। ਇਹ ਨਾ ਤੁਸੀਂ ਸੋਚੋ ਵੀ ਇੱਥੇ ਕੋਈ ਇਹ ਬੰਦਾ ਸਾਂਭਦਾ ਆ, ਉਹ ਬੰਦਾ ਸਾਂਭਦਾ ਆ। ਇੱਥੇ ਸਾਰੇ ਸੇਵਾਦਾਰ ਨੇ, ਇੱਥੇ ਕੋਈ ਜਥੇਦਾਰ ਨਹੀਂ ਹੈਗਾ, ਇੱਥੇ ਸਾਰੇ ਸੇਵਾਦਾਰ ਨੇ। ਸਾਰੇ ਸੇਵਾਦਾਰ ਆਪਣੇ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਰੇ ਸੇਵਾ ਕਰਦੇ ਨੇ ਤੇ ਇਹ ਤਾਂ ਹੀ ਮੋਰਚਾ ਚੱਲ ਰਿਹਾ ਆ। ਪੀਸਫੁਲ ਮੋਰਚਾ ਆ ਸਾਡਾ। ਸਿਰਫ ਇੱਕ ਮੀਡੀਅਮ ਆ ਜਿਹਦੇ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਮੈਸੇਜ ਹੈ ਉਹ ਸਰਕਾਰ ਤੱਕ ਪਹੁੰਚ ਸਕੇ ਪੀਸਫੁਲ ਤਰੀਕੇ ਦੇ ਨਾਲ। ਤੇ ਸਾਡੀ ਸਿਰਫ ਇਹੀ ਮਨਸ਼ਾ ਆ, ਕਿਉਂਕਿ ਇਹ ਆਲਰੇਡੀ ਸਾਡੇ ਨਾਲ ਜਿਹੜਾ ਧੋਖਾ ਹੈ ਉਹ ਆਲਰੇਡੀ ਬੈਕ ਹੋਮ ਹੋਇਆ ਆ। ਅਸੀਂ ਨਹੀਂ ਚਾਹੁੰਦੇ ਰੀਵਿਕਟਮਾਈਜੇਸ਼ਨ ਹੋਵੇ ਬੱਚਿਆਂ ਦਾ ਉਰੇ। ਆਲਰੇਡੀ ਅਸੀਂ ਸਾਰਾ ਕੁਝ ਦਾਅ 'ਤੇ ਲਾਤਾ ਆ। ਸਾਰੀ ਪੇਰੈਂਟਸ ਦੀ ਜਿਹੜੀ ਸੇਵਿੰਗਸ ਆ ਉਹ ਲੱਗ ਚੁੱਕੀਆਂ ਨੇ ਤੇ ਇਸ ਪੁਆਇੰਟ ਤੇ ਆ ਕੇ ਜੇ ਇਹ ਆਪਾਂ ਨੂੰ ਫੇਸ ਕਰਨੀ ਪਵੇ ਡੈਪੂਟੇਸ਼ਨ ਤਾਂ ਇਦਾਂ ਲੱਗਦਾ ਆ ਤੇ ਉਹ ਬਹੁਤ ਹੀ ਜ਼ਿਆਦਾ ਹਾਰਟ ਬ੍ਰੇਕਿੰਗ ਹੋਊਗੀ। ਤੇ ਜਿਹੜਾ ਏਜੰਟ ਸੀਗਾ ਮੇਰਾ ਬੈਕ ਹੋਮ, ਉਹਦਾ ਨਾਂ ਸੀਗਾ ਅਤੁਲ ਮਹਾਜਨ। ਜਸਮੀਤ ਕੌਰ ਸੀਗੀ ਜਿਹਦੇ ਨਾਲ ਮੈਂ ਸਿੱਧੀ ਡੀਲ ਕਰੀ ਸੀਗੀ ਤੇ ਔਰੇਂਜ ਓਵਰਸੀਜ਼ ਕਰਕੇ ਇਹਨਾਂ ਦੀ ਕੰਪਨੀ ਦਾ ਨਾਂ ਸੀ। ਹੁਣ ਤਾਂ ਬੰਦ ਕਰਕੇ ਹੋਣਗੇ। ਤੇ ਬਸ ਆਹੀ ਮੇਰੀ ਰਿਕੁਐਸਟ ਹੈ ਜੀ ਸੰਗਤ ਨੂੰ, ਵੱਧ ਚੜ੍ਹ ਕੇ ਆਪਾਂ ਇੱਕ ਦੂਜੇ ਦੇ ਨਾਲ ਖੜੀਏ ਤਾਂ ਆਪਾਂ ਜਿਹੜਾ ਇਨਜਸਟਿਸ ਹੋ ਰਿਹਾ ਆ ਇਹਦੇ ਆਪਾਂ ਅਗੇਂਸਟ ਆਪਣੀ ਵੌਇਸ ਜਿਹੜੀ ਰੇਜ਼ ਕਰੀਏ। ਜੇ ਆਪਾਂ ਸਾਰੇ ਇਕੱਠੇ ਮਿਲ ਕੇ ਇਹ ਕਰਾਂਗੇ ਪੀਸਫੁਲ ਤਰੀਕੇ ਦੇ ਨਾਲ ਤਾਂ ਸਰਕਾਰ ਜ਼ਰੂਰ ਸੁਣੂਗੀ ਆਪਣੀ ਗੱਲ। ਮੈਨੂੰ ਪੱਕੀ ਉਮੀਦ ਆ ਕਿ ਜਿੱਤ ਸਾਨੂੰ ਜ਼ਰੂਰ ਮਿਲੀ ਆ। ਜਿਹੜੀ ਡੈਪੂਟੇਸ਼ਨ ਸੀਗੀ ਉਹ ਪੋਸਟਪੋਨ ਹੋਈ ਆ ਤੇ ਜਿਹੜੀ ਸਾਡੀ ਮੇਨ ਮੰਗ ਆ ਉਹ ਇਹ ਹੈ ਕਿ ਜਿਹੜੇ ਇਨਐਡਮਿਸਿਬਿਲਿਟੀ ਦੇ ਕੇਸ ਪਏ ਹੋਏ ਨੇ, ਮਿਸ ਰੈਪਰੈਜ਼ੈਂਟੇਸ਼ਨ ਦੇ ਜਿਹੜੇ ਕੇਸ ਪਏ ਹੋਏ ਨੇ ਉਹ ਹਟਾਏ ਜਾਣ, ਕਿਉਂਕਿ ਜਦ ਤੱਕ ਉਹ ਨਹੀਂ ਹਟਦੇ ਅਸੀਂ ਅੱਗੇ ਕੁਛ ਨਹੀਂ ਕਰ ਸਕਦੇ। ਘੁੰਮ ਫਿਰ ਕੇ ਅਸੀਂ ਫਿਰ ਉਹੀ ਜਗ੍ਹਾ ਆ ਜਾਣਾ ਆ। ਜਦ ਤੱਕ ਸੱਤੇ ਜਿਹੜੇ ਇਨਐਡਮਿਸਿਬਿਲਿਟੀ ਮਿਸ ਰੈਪਰੈਜ਼ੈਂਟੇਸ਼ਨ ਦੇ ਕੇਸ ਪਏ ਹੋਏ ਆ, 5 ਸਾਲ ਦੇ ਬੈਨ ਲੱਗੇ ਹੋਏ ਸਾਤੇ, ਇਹ ਹਟਾਏ ਜਾਣ ਪਲੀਜ਼। ਤੇ ਸਾਨੂੰ ਅੱਗੇ ਕੋਈ ਰਾਹ ਮਿਲ ਸਕਦਾ ਆ ਤਾਂ ਕਿ ਅਸੀਂ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਅਪਲਾਈ ਕਰ ਸਕੀਏ। ਜਦ ਮੈਂ ਕੈਨੇਡਾ ਆਈ ਸੀ 2017 ਅਗਸਤ ਨੂੰ, ਜਦੋਂ ਮੈਂ ਕਾਲਜ ਇੱਥੇ ਆਈ ਤੇ ਮੇਰੇ ਏਜੰਟ ਨੇ ਮੇਰੇ ਘਰੇ ਫੋਨ ਕਰਕੇ ਕਿਹਾ ਕਿ ਹੈ ਨਾ ਕਾਲਜ ਨਹੀਂ ਜਾਣਾ, ਕਿ ਸੀਟਾਂ ਸਾਰੀਆਂ ਫੁੱਲ ਆ। ਸੋ ਮੈਂ ਉਸ ਕਾਲਜ 'ਚ ਨਹੀਂ ਗਈ। ਉਸ ਤੋਂ ਬਾਅਦ ਮੈਂ ਪ੍ਰਾਈਵੇਟ ਕਾਲਜ ਲਿਆ, ਦੈਨ ਮੈਂ ਆਪਣੀ ਸਟੱਡੀ ਕੀਤੀ। ਦੈਨ ਮੈਂ ਉਸ ਚੇਂਜ ਕਰਕੇ 3rd ਕਾਲਜ ਲਿਆ, ਆਪਣੀ ਕੰਪਲੀਟ ਕੀਤੀ ਸਟੱਡੀ 2 ਸਾਲ ਦੀ। ਫਿਰ ਮੈਂ ਵਰਕ ਪਰਮਿਟ ਅਪਲਾਈ ਕੀਤਾ, ਜੋ ਮੇਰਾ ਜਿਹੜਾ ਵਰਕ ਪਰਮਿਟ ਸੀ 1 ਸਾਲ ਲਈ ਆਇਆ ਨਹੀਂ ਸੀਗਾ। ਦੈਨ ਮੈਂ ਬਾਰਡਰ ਤੋਂ ਜਾ ਕੇ ਆਪਣਾ ਵਰਕ ਪਰਮਿਟ ਵੀ ਲੈ ਕੇ ਆਈ ਆ। ਸੋ Feb 2023 'ਚ ਮੈਨੂੰ ਲੈਟਰ ਆਉਂਦੀ ਆ ਜਿਸ 'ਚ ਸ਼ੋਅ ਕਰਦਾ ਹੈ ਕਿ ਜਿਹੜੀ ਆਫਰ ਲੈਟਰ ਮੈਂ ਯੂਜ਼ ਕੀਤੀ ਸੀ ਉਹ ਫੇਕ ਆ। ਇਹ ਮੈਨੂੰ ਨਹੀਂ ਪਤਾ ਸੀ, ਬਟ ਜਦੋਂ ਮੈਂ ਡਿਸਕਲੋਜ਼ਰ ਪੜ੍ਹਿਆ ਐਂਡ ਦੇਖਿਆ ਜਿਹੜੀ ਆਫਰ ਲੈਟਰ ਜਿਹੜੀ ਮੇਰੇ ਏਜੰਟ ਨੇ ਸਬਮਿਟ ਕੀਤੀ ਸੀ ਬਰਜੇਸ਼ ਮਿਸ਼ਰਾ ਨੇ, ਉਹ 'ਚ ਡੇਟ ਆਫ ਬਰਥ ਹੀ ਗਲਤ ਆ। ਜਿਹੜੀ ਡੇਟ ਆਫ ਬਰਥ ਸੀਗੀ ਉਹ ਮੇਰੀ ਡੇਟ ਆਫ ਬਰਥ ਹੈ ਹੀ ਨਹੀਂ ਸੀਗੀ। ਦੈਨ ਮੈਂ ਆਪਣੀ ਫਾਈਲ, ਮੇਰੀ ਹਜੇ ਸਟਾਰਟਿੰਗ ਪ੍ਰੋਸੈਸ 'ਚ ਆ, ਮੇਰੀ ਹਜੇ ਹੀਅਰਿੰਗ ਹੋਈ ਨਹੀਂ ਆ। ਐਂਡ ਈਵਨ ਅਗਰ ਆਪਾਂ ਦੇਖਦੇ ਹਾਂ ਕਿ ਮੈਂ ਜੇ ਫਰਾਡ ਕੀਤਾ ਹੁੰਦਾ ਹੈ ਨਾ, ਤੇ ਮੈਂ ਆਪਣੀ ਸਟੱਡੀ ਕੰਪਲੀਟ ਨਹੀਂ ਕਰਨੀ ਸੀ। ਮੈਂ ਆਪਣੀ ਸਟੱਡੀ ਕੰਪਲੀਟ ਕੀਤੀ, ਵਰਕ ਪਰਮਿਟ ਲਿਆ, ਪਰ ਆਫਟਰ 6 ਈਅਰ ਆਪਣੇ ਇਮੀਗ੍ਰੇਸ਼ਨ ਵਾਲੇ ਕਹਿੰਦੇ ਤੁਹਾਨੂੰ ਵਾਪਸ ਜਾਣਾ ਪੈਣਾ ਕਿਉਂਕਿ ਤੁਸੀਂ ਫਰਾਡ ਕੀਤਾ। ਜੇ ਅਸੀਂ ਫਰਾਡ ਕੀਤਾ ਹੁੰਦਾ ਅਸੀਂ ਸਟੱਡੀ ਕਿਉਂ ਕਰਨੀ ਸੀਗੀ। ਤੇ ਨਾਲੇ ਜੇ ਮੈਂ ਅਗਰ 1% ਵੀ ਮੈਂ ਕਹਿੰਦੀ ਹਾਂ ਕਿ ਜੇ ਮੈਨੂੰ ਪਤਾ ਸੀਗਾ ਕਿ ਹੈ ਨਾ ਮੈਂ ਫਰਾਡ ਕੀਤਾ ਹੁੰਦਾ ਤੇ ਮੈਂ ਬਾਰਡਰ 'ਤੇ ਜਾਂਦੀ ਨਾ, ਕਿਉਂਕਿ ਇਟਸ ਅ ਰਿਸਕੀ, ਹੈ ਨਾ, ਬਹੁਤ ਜ਼ਿਆਦਾ ਰਿਸਕ ਹੁੰਦਾ ਆ। ਜੇ ਤੁਸੀਂ ਬਾਰਡਰ ਤੋਂ ਜਾ ਕੇ ਵਰਕ ਪਰਮਿਟ ਲੈ ਕੇ ਆਉਂਦੇ ਹੋ, ਤੁਹਾਨੂੰ ਰਾਈਟ ਅਵੇ ਉਹ ਤੁਹਾਨੂੰ ਡਿਪੋਰਟ ਕਰ ਸਕਦੇ ਆ। ਜਦੋਂ ਮੈਂ 2022 'ਚ ਮੈਂ ਬਾਰਡਰ 'ਤੇ ਗਈ ਸੀ, ਅਕੋਰਡਿੰਗ ਟੂ ਮਾਈ ਡਿਸਕਲੋਜ਼ਰ 2021 'ਚ ਮੇਰੀ ਫਾਈਲ ਓਪਨ ਹੋ ਗਈ ਸੀ। ਸੋ ਉਹਨਾਂ ਕੋਲ ਟਾਈਮ ਸੀਗਾ, ਉਹ ਰਾਈਟ ਅਵੇ ਉਦੋਂ ਵੀ ਮਤਲਬ 6 ਸਾਲ 'ਚ 4 ਵਾਰ ਚੈੱਕ ਪੁਆਇੰਟ ਸੀਗੇ। ਫਸਟ ਟਾਈਮ ਜਦੋਂ ਆਪਾਂ ਇੰਡੀਆ ਹੁੰਦੇ ਆ, ਜਦੋਂ ਉਹਨਾਂ ਨੇ ਫਾਈਲ ਪ੍ਰੋਸੈਸ ਕਰਦੇ ਆ। ਸੈਕਿੰਡ ਟਾਈਮ ਜਦੋਂ ਆਪਾਂ ਏਅਰਪੋਰਟ 'ਤੇ ਹੁੰਦੇ ਉਦੋਂ ਵੀ CBSA ਵਾਲੇ ਚੈੱਕ ਕਰਦੇ ਆ। 3rd ਟਾਈਮ ਮੈਂ ਇੱਕ ਸਟੱਡੀ ਪਰਮਿਟ ਐਕਸਟੈਂਸ਼ਨ ਲਾਈ ਸੀ, ਉਦੋਂ ਵੀ ਉਹਨਾਂ ਕੋਲ ਅਥਾਰਟੀ ਸੀਗੀ, ਉਹ ਵੈਲੀਡੇਟ ਕਰ ਸਕਦੇ ਸੀ। ਚੌਥੀ ਵਾਰ ਜਦੋਂ ਮੈਂ CBSA ਕੋਲ ਇਨ ਪਰਸਨ ਆਪਦਾ ਵਰਕ ਪਰਮਿਟ ਲੈ ਕੇ ਆਈ ਸੀਗੀ। ਜੇ 1% ਵੀ ਹੁੰਦਾ ਤੇ ਮੈਂ ਪਹਿਲੇ ਤਾਂ CBSA ਜਾਂਦੀ ਨਹੀਂ। ਐਂਡ ਮੇਨ ਇਸ਼ੂ ਇਹ ਹੈ ਕਿ IRCC ਨੇ ਕਦੇ ਵੀ ਮੇਰੀ ਆਫਰ ਲੈਟਰ ਵੈਲੀਡੇਟ ਕੀਤੀ ਨਹੀਂ। ਰੀਜ਼ਨ ਕਿਉਂਕਿ ਮੇਰੀ ਡੇਟ ਆਫ ਬਰਥ ਹੀ ਗਲਤ ਸੀਗੀ। ਹੁਣ ਮੇਰੀ ਹਜੇ ਹੀਅਰਿੰਗ ਹੋਈ ਨਹੀਂ, ਮੈਂ ਵੇਟ ਕਰ ਰਹੀ ਹਾਂ ਹੀਅਰਿੰਗ ਦੀ। ਐਂਡ ਇਸ ਟਾਈਮ ਅਸੀਂ ਪ੍ਰੋਟੈਸਟ 'ਤੇ ਬੈਠੇ ਹਾਂ ਕਿ ਸਾਡੀ ਸੁਣਵਾਈ ਹੋਵੇ, ਕਿਉਂਕਿ ਸਾਡੀ ਅਕੋਰਡਿੰਗ ਟੂ ਲਾਅ ਉਹ ਸਾਡੀ ਗੱਲ ਨਹੀਂ ਸੁਣ ਰਹੇ। ਥੈਂਕ ਯੂ। ਮੈਂ ਆਪਣੀ ਫਾਈਲ ਬ੍ਰਿਜੇਸ਼ ਮਿਸ਼ਰਾ ਤੋਂ ਲਗਵਾਈ ਸੀ। ਬ੍ਰਿਜੇਸ਼ ਮਿਸ਼ਰਾ ਨੂੰ ਲਾਈਕ ਇੱਦਾਂ ਮੇਰੇ ਫਾਦਰ ਨੇ ਜਿੱਦਾਂ 2-4 ਏਜੰਟਸ ਨੂੰ ਕੰਸਲਟ ਕੀਤਾ ਜਲੰਧਰ ਤੋਂ। ਫਿਰ ਜਲੰਧਰ ਤੋਂ ਮੇਰੇ ਫਾਦਰ ਨੇ ਬ੍ਰਿਜੇਸ਼ ਮਿਸ਼ਰਾ
ਨੂੰ ਲਾਈਕ ਉਹਨੇ ਸਾਰਾ ਪ੍ਰੋਸੈਸ ਐਕਸਪਲੇਨ ਕੀਤਾ, ਇੱਦਾਂ ਇੱਦਾਂ ਤੁਸੀਂ ਮੈਨੂੰ ਪਹਿਲਾਂ ਪੈਸੇ ਦੇਣੇ ਆ ਫੀਸ ਦੇ, ਫਿਰ ਮੈਂ ਤੁਹਾਡਾ ਅਪਲਾਈ ਕਰੂੰਗਾ, ਜਿੱਦਾਂ ਵੀ ਉਹਨੇ ਕਿਹਾ ਅਸੀਂ ਸਾਰਾ ਉਵੇਂ ਪ੍ਰੋਸੈਸ ਲਾਈਕ ਫੋਲੋ ਕੀਤਾ। ਉਸ ਤੋਂ ਬਾਅਦ ਉਹਨੇ ਮੇਰੀ ਆਫਰ ਲੈਟਰ ਅਪਲਾਈ ਕੀਤੀ। ਲਾਈਕ ਥੋੜ੍ਹੇ ਟਾਈਮ ਬਾਅਦ ਉਹਨੇ ਮੈਨੂੰ ਮੇਰੇ ਮੈਸੇਜ ਆਇਆ ਮੇਰੇ ਫਾਦਰ ਨੂੰ ਕਿ ਹਾਂਜੀ ਤੁਹਾਡੀ ਆਫਰ ਲੈਟਰ ਆ ਗਈ ਆ। ਆਫਰ ਲੈਟਰ ਆਉਣ ਤੋਂ ਬਾਅਦ ਉਹਨੇ ਕਿਹਾ ਕਿ ਹਾਂਜੀ ਹੁਣ ਮੈਂ ਤੁਹਾਡੀ ਫੀਸ ਪੇ ਕਰੂੰਗਾ, ਸਾਰਾ ਕੁਝ ਮੈਂ ਹੀ ਕਰ ਦੂੰਗਾ, ਇਟਸ ਓਕੇ। ਸਾਰਾ ਲੀਗਲ ਪ੍ਰੋਸੈਸ ਉਹਨੇ ਹੀ ਕੀਤਾ। ਉਸ ਤੋਂ ਬਾਅਦ ਉਹਨੇ ਇੱਕ ਦਿਨ ਬੁਲਾਇਆ ਸੀਗਾ ਕਿ ਤੁਹਾਡੀ ਫਾਈਲ ਸਬਮਿਟ ਹੋਣੀ ਆ ਤੇ ਤੁਸੀਂ ਆਓ। ਮੈਂ ਫਾਈਲ ਸਬਮਿਟ ਕਰਨ ਗਈ ਬਟ ਉਸ ਦਿਨ ਉਹ ਆਫਿਸ 'ਚ ਅਵੇਲੇਬਲ ਨਹੀਂ ਸੀਗਾ। ਉਸ ਤੋਂ ਬਾਅਦ ਫਿਰ ਉਹਦੀ ਕਾਲ ਆਈ ਨੈਕਸਟ ਡੇ ਕਿ ਇਟਸ ਓਕੇ, ਮੈਂ ਤੁਹਾਡੀ ਫਾਈਲ ਆਪੇ ਸਬਮਿਟ ਕਰਵਾ ਦਾਂਗਾ। ਉਹਨੇ ਮੇਰੀ ਫਾਈਲ ਸਬਮਿਟ ਕਰਵਾਈ ਅਗਸਤ ਵਿੱਚ। ਅਗਸਤ 'ਚ ਆਫਟਰ ਲਾਈਕ 10 ਡੇਜ਼ ਹੀ ਮੇਰਾ ਵੀਜ਼ਾ ਆ ਗਿਆ ਸੀ। ਉਸ ਤੋਂ ਬਾਅਦ ਮੈਂ ਇੱਥੇ ਆਈ ਕੈਨੇਡਾ ਤੇ ਉਸ ਤੋਂ ਬਾਅਦ ਇੱਥੇ ਆ ਕੇ ਮੈਂ ਆਪਣੇ ਏਜੰਟ ਨੂੰ ਕੰਟੈਕਟ ਕੀਤਾ। ਮੈਂ ਉਹਨੂੰ ਕਿਹਾ ਕਿ ਲਾਈਕ ਮੈਂ ਇੰਨੀ ਦੂਰ ਨਹੀਂ ਜਾ ਸਕਦੀ ਕਿਉਂਕਿ ਸਡਬਰੀ ਵਿੱਚ ਮੇਰਾ ਲਾਈਕ ਕੋਈ ਨਹੀਂ ਹੈਗਾ। ਉਹਨੇ ਕਿਹਾ ਇਟਸ ਓਕੇ, ਤੁਹਾਨੂੰ ਕਾਲਜ ਜਾਣ ਦੀ ਬਿਲਕੁਲ ਲੋੜ ਨਹੀਂ ਹੈਗੀ, ਉੱਥੇ ਮੈਂ ਤੁਹਾਡਾ ਆਪੇ ਹੀ ਸਾਰੀ ਫੀਸ ਰਿਫੰਡ ਕਰਵਾ ਲੂੰਗਾ, ਆਪੇ ਸਾਰੇ ਕੰਮ ਕਰਵਾ ਲੂੰਗਾ। ਉਹਨੇ ਸਾਨੂੰ ਇਹ ਇਨਫੋਰਮ ਕੀਤਾ ਸੀ। ਮੈਂ ਕਿਹਾ ਕਿ ਇਟਸ ਓਕੇ ਬਿਕੋਜ਼ ਮੇਰਾ ਫੈਮਿਲੀ ਮੈਂਬਰ ਜਾਂ ਕੋਈ ਹੋਰ ਇੱਥੇ ਇੰਨਾ ਖਾਸ ਨਹੀਂ ਸੀ ਹੈਗਾ। ਤੇ ਉਸ ਤੋਂ ਬਾਅਦ ਮੈਂ ਉਹਨੂੰ ਫੋਲੋ ਕੀਤਾ। ਮੇਰੇ ਫਾਦਰ ਨੇ ਉਹਦੇ ਆਫਿਸ ਕੰਟੈਕਟ ਕੀਤਾ। ਉਹਨੇ ਲਾਈਕ ਆਲਮੋਸਟ 8 ਮੰਥਸ ਦਾ ਟਾਈਮ ਲਿਆ ਮੈਨੂੰ ਕਾਲਜ ਨਵਾਂ ਲੈ ਕੇ ਦੇਣ ਵਿੱਚ। ਉਹਦੇ ਵਿੱਚ ਮੈਂ ਲਾਈਕ 4 ਮੰਥਸ ਇੱਥੇ ਆ ਕੇ ਆਪਣਾ ਟਾਈਮ ਪੀਰੀਅਡ ਕੱਢਿਆ। ਉਸ ਤੋਂ ਬਾਅਦ ਮੈਂ 4 ਮੰਥਸ ਵਾਸਤੇ ਇੱਕ ਪ੍ਰਾਈਵੇਟ ਕਾਲਜ ਲਿਆ ਜਸਟ ਟੂ ਕਵਰ ਮਾਈ ਗੈਪ। ਉਸ ਤੋਂ ਬਾਅਦ ਮੈਂ ਆਪਣਾ ਕਾਲਜ ਮਈ 2017 'ਚ ਮੈਂ ਆਪਣੀ ਸਟੱਡੀ ਸਟਾਰਟ ਕੀਤੀ। ਸੈਪਟੈਂਬਰ 2016 'ਚ ਮੈਂ ਇੱਥੇ ਆਈ ਸੀ। ਮਈ 2018 'ਚ ਮੈਂ ਸੈਨਿਕਾ ਕਾਲਜ ਸਟਾਰਟ ਕੀਤੀ ਆਪਣੀ ਸਟੱਡੀ। ਜੈਨ 2017 'ਚ ਮੈਂ 4 ਮੰਥਸ ਦਾ ਲਾਈਕ ਇੱਕ ਡਿਪਲੋਮਾ ਸਟਾਰਟ ਕੀਤਾ ਪ੍ਰਾਈਵੇਟ ਕਾਲਜ। ਉਸ ਤੋਂ ਬਾਅਦ ਮੈਂ ਸੈਨਿਕਾ ਕਾਲਜ ਵਿੱਚ ਆਪਣੀ ਸਟੱਡੀ ਸਟਾਰਟ ਕੀਤੀ। ਮੈਂ ਆਪਣੇ ਲਾਈਕ 2 ਇਅਰਸ ਦਾ ਡਿਪਲੋਮਾ ਕੰਪਲੀਟ ਕੀਤਾ ਸੈਨਿਕਾ ਕਾਲਜ। ਉਸ ਤੋਂ ਬਾਅਦ ਮੈਂ ਆਪਣਾ ਵਰਕ ਪਰਮਿਟ ਅਪਲਾਈ ਕੀਤਾ। ਵਰਕ ਪਰਮਿਟ ਮੇਰਾ ਆਇਆ ਮਈ ਦੇ ਵਿੱਚ ਮਈ 2019 'ਚ ਮੇਰਾ ਵਰਕ ਪਰਮਿਟ ਆ ਗਿਆ ਸੀ। ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਜੌਬ ਵਗੈਰਾ ਵਾਸਤੇ PR ਦੇ ਪ੍ਰੋਸੈਸ ਵਾਸਤੇ ਉਹਨੂੰ ਫੋਲੋ ਅਪ ਕੀਤਾ। ਜੌਬ ਫਾਈਂਡ ਆਊਟ ਕੀਤੀ ਉੱਥੇ ਜੌਬ ਵਗੈਰਾ ਕੀਤੀ। ਫਿਰ ਮੈਂ ਆਪਣੀ ਓਨਟਾਰੀਓ ਪ੍ਰੋਵਿੰਸ ਲਾਈਕ PNP ਵਾਸਤੇ ਵੀ ਅਪਲਾਈ ਕੀਤਾ। ਮੇਰੀ ਵਿਦਿਨ 3 ਮੰਥਸ PNP ਦੀ ਅਪਰੂਵਲ ਵੀ ਆ ਗਈ। ਉਸ ਤੋਂ ਬਾਅਦ ਮੈਂ ਫੈਡਰਲ 'ਚ ਫਾਈਲ ਲਾਈ। ਫੈਡਰਲ 'ਚ ਫਾਈਲ ਲਾਉਣ ਤੋਂ ਬਾਅਦ ਲਾਈਕ ਮੇਰੇ ਬਾਇਓਮੈਟ੍ਰਿਕਸ, ਮੇਰੇ ਮੈਡੀਕਲ ਐਵਰੀਥਿੰਗ ਵਾਸ ਡਨ ਐਂਡ ਇੰਸਟੈਡ ਆਫ ਅਪਰੂਵਲ ਲਾਈਕ ਮੈਨੂੰ CBSE ਵੱਲੋਂ ਆਹ ਲੈਟਰ ਆਈ ਸੀ ਕਿ ਹਾਂਜੀ ਲਾਈਕ ਯੋਰ ਫੀਸ ਇਜ਼ ਨਾਟ ਪੇਡ ਐਂਡ ਐਵਰੀਥਿੰਗ। ਐਂਡ ਮੈਨੂੰ ਇਹ ਜਿਹੜਾ ਆ ਮੈਨੂੰ ਆਫਟਰ 6 ਇਅਰਸ ਪਤਾ ਚੱਲਿਆ ਕਿ ਲਾਈਕ ਮੇਰੀ ਫੀਸ ਨਹੀਂ ਪੇ ਹੈਗੀ। ਬਿਫੋਰ ਸਾਰਾ ਕੁਝ ਵਧੀਆ ਸੀ। ਮੈਂ ਵਰਕ ਪਰਮਿਟ ਅਪਲਾਈ ਕੀਤਾ PR ਵਾਸਤੇ, ਮੈਨੂੰ ਮੈਡੀਕਲ ਵੀ ਆਇਆ, ਸਾਰਾ ਕੁਝ ਲਾਈਕ ਐਵਰੀਥਿੰਗ ਵਾਸ ਗੁੱਡ। ਬਟ ਆਫਟਰ 6 ਇਅਰਸ ਇੱਕਦਮ ਮੈਨੂੰ ਪਤਾ ਲੱਗਾ ਕਿ ਮੇਰੇ ਏਜੰਟ ਨੇ ਮੇਰੀ ਫੀਸ ਨਹੀਂ ਪੇ ਕੀਤੀ। ਮੈਂ ਪੰਜਾਬ ਨੂੰ ਬਿਲੋਂਗ ਕਰਦੀ ਹਾਂ, ਮੇਰੀ ਸਿਟੀ ਫਿਰੋਜ਼ਪੁਰ ਆ। ਤਾਂ ਮੈਂ ਦੱਸਣਾ ਚਾਹਾਂਗੀ ਕਿ 2017 ਦੇ ਵਿੱਚ ਮੈਂ ਆਪਣੀ ਬੈਚਲਰ ਇਨ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ 'ਚ ਡਨ ਕੀਤੀ ਸੀ। ਉਸ ਤੋਂ ਬਾਅਦ ਮੈਂ IELTS ਕਰਕੇ ਆਪਣੀ ਫਾਈਲ ਵਨ ਆਫ ਦਾ ਏਜੰਟ ਮਿਸਟਰ ਬਰਜੇਸ਼ ਮਿਸ਼ਰਾ ਕੋਲੋਂ ਲਗਵਾਈ ਸੀ, ਜਿਹੜੇ ਕਿ ਜਲੰਧਰ ਨੂੰ ਬਿਲੋਂਗ ਕਰਦੇ ਨੇ, ਨੀਅਰ ਟੂ ਦਾ ਬੱਸ ਸਟੈਂਡ। ਉਹਨਾਂ ਕੋਲ ਮੈਂ ਜਦੋਂ ਆਪਣੀ ਫਾਈਲ ਸਬਮਿਟ ਕਰਵਾਈ ਤਾਂ ਉਹਨਾਂ ਨੇ ਮੈਨੂੰ ਆਫਰ ਲੈਟਰ ਪ੍ਰੋਵਾਈਡ ਕਰਵਾਈ ਸੀ ਕੈਂਬਰਨ ਹੈਂਸਨ ਇੰਟਰਨੈਸ਼ਨਲ ਕੈਂਪਸ ਦੀ। ਤੇ ਜਦੋਂ ਕਿ ਮੇਰੀ ਸਾਰੀ ਫਾਈਲ ਸਬਮਿਟ ਕਰਵਾਈ ਉਹਨਾਂ ਨੇ ਆਪਣੇ ਬਿਹਾਫ 'ਤੇ ਸਾਰਾ ਕੁਝ ਡਨ ਕਰਕੇ, ਜਦੋਂ ਮੈਂ ਇੱਥੇ ਕੈਨੇਡਾ ਆਈ, ਮੈਂ ਆਈ ਸੀਗੀ ਜਨਵਰੀ 2018 'ਚ। ਤੇ ਮੇਰੀ ਓਰੀਐਂਟੇਸ਼ਨ ਸੀਗੀ ਫਸਟ ਵੀਕ ਵਿੱਚ। ਆਈ ਵੈਂਟ ਟੂ ਮਾਈ ਕਾਲਜ ਔਨ ਦੈਟ ਨੋਟ ਐਂਡ ਵੈਨ ਆਈ ਗੋ ਟੂ ਦਾ ਕਾਲਜ, ਜਿਹੜੇ ਉੱਥੇ ਰਿਸੈਪਸ਼ਨਿਸਟ ਸੀਗੇ ਉਹਨਾਂ ਨੇ ਕਿਹਾ ਕਿ ਆਈ ਡੋਂਟ ਨੋ ਵਾਈ ਯੂਅਰ ਨੇਮ ਇਜ਼ ਨਾਟ ਇਨ ਦਾ ਸਿਸਟਮ, you need to call back to your representative. So then I come back. ਜਦੋਂ ਮੈਂ ਘਰ ਵਾਪਸ ਆਈ ਤਾਂ ਮੈਂ ਆਪਣੇ ਏਜੰਟ ਨੂੰ ਕਾਲ ਕੀਤੀ ਤਾਂ ਮੈਂ ਉਹਨੂੰ ਪੁੱਛਿਆ ਕਿ ਮੇਰਾ ਨਾਮ ਸਿਸਟਮ ਵਿੱਚ ਕਿਉਂ ਨਹੀਂ ਹੈ। ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਡੇ ਕਾਲਜ ਦੇ ਵਿੱਚ ਲਾਈਕ ਸੀਟ ਓਵਰ ਬੁਕਿੰਗ ਹੋਣ ਕਰਕੇ ਤੁਹਾਡੀ ਸੀਟ ਕੈਂਸਲ ਹੋ ਗਈ ਹੈ ਤੇ ਮੈਂ ਤੁਹਾਨੂੰ ਤੁਹਾਡੀ ਫੀਸ ਰੀਫੰਡ ਕਰਵਾ ਲਈ ਹੈ ਤੇ ਮੈਂ ਤੁਹਾਨੂੰ ਤੁਹਾਡੀ ਫੀਸ ਵਾਪਸ ਦੇ ਦੇਵਾਂਗਾ
ਤੇ ਮੈਂ ਤੁਹਾਨੂੰ ਦੂਸਰਾ ਕਾਲਜ ਪ੍ਰੋਵਾਈਡ ਕਰਵਾ ਦੇਵਾਂਗਾ। ਬਟ 1 ਜਾਂ 2 ਵੀਕ ਵੇਟ ਕਰਨ ਤੋਂ ਬਾਅਦ ਵੀ ਉਸਨੇ ਮੈਨੂੰ ਕਾਲਜ ਨਹੀਂ ਦਿਵਾਇਆ। ਦੈਨ ਆਈ ਕਾਲ ਬੈਕ ਟੂ ਮਾਈ ਪੇਰੈਂਟਸ ਇਨ ਇੰਡੀਆ ਐਂਡ ਉਹ ਫਿਰ ਉਸ ਏਜੰਟ ਕੋਲ ਗਏ, ਉਹਨਾਂ ਨੇ ਜਾ ਕੇ ਉਸ ਨੂੰ ਕੁਐਸਚਨ ਕੀਤਾ ਤਾਂ ਉਸਨੇ ਕਿਹਾ ਕਿ ਇਸ ਟਾਈਮ ਸਾਰੇ ਕਾਲਜ ਆਲਰੇਡੀ ਫੁੱਲ ਨੇ, ਇਸ ਕਰਕੇ ਮੈਂ ਉਸਦੀ ਐਡਮਿਸ਼ਨ ਨਹੀਂ ਕਰਵਾ ਪਾਵਾਂਗਾ। ਤਾਂ ਉਸਨੇ ਜਿਹੜੀ ਮੇਰੀ ਫੀਸ ਸੀ ਉਹ ਮੇਰੇ ਪੇਰੈਂਟਸ ਨੂੰ ਵਾਪਸ ਕਰ ਦਿੱਤੀ। ਫਿਰ ਮੈਂ ਇੱਥੇ ਇੱਕ ਹੋਰ ਕੰਸਲਟੈਂਟ ਨੇ IRCC ਦੇ ਮੈਂਬਰ ਨੇ ਉਹ, ਮੈਂ ਉਹਨਾਂ ਕੋਲ ਵਿਜ਼ਿਟ ਕੀਤਾ। ਹਿਸ ਨੇਮ ਇਜ਼ ਵਿਸ਼ਾਲ ਮਨੋਚਾ। ਤਾਂ ਜਦੋਂ ਮੈਂ ਉਹਨਾਂ ਕੋਲੇ ਗਈ, ਮੈਂ ਆਪਦੀ ਸਾਰੇ ਡਾਕੂਮੈਂਟ ਉਹਨਾਂ ਨੂੰ ਦਿਖਾਏ ਤਾਂ ਉਹਨਾਂ ਨੇ ਮੈਨੂੰ ਪਹਿਲਾਂ ਇੱਕ ਪ੍ਰਾਈਵੇਟ ਕਾਲਜ, ਉਸ ਤੋਂ ਬਾਅਦ ਮੈਨੂੰ ਗਵਰਨਮੈਂਟ ਕਾਲਜ ਦੇ ਵਿੱਚ ਐਡਮਿਸ਼ਨ ਦਿਵਾ ਦਿੱਤੀ, ਜਿੱਥੇ ਮੈਂ ਆਪਣੀ ਸਾਰੀ ਸਟੱਡੀ ਡਨ ਕੀਤੀ। ਉਸ ਤੋਂ ਬਾਅਦ ਮੈਂ ਸਟੱਡੀ ਡਨ ਕਰਨ ਤੋਂ ਬਾਅਦ ਮੈਂ ਆਪਦੇ ਵਰਕ ਪਰਮਿਟ ਲਈ ਅਪਲਾਈ ਕੀਤਾ ਤਾਂ ਮੈਨੂੰ ਵਰਕ ਪਰਮਿਟ ਵੀ ਮਿਲਿਆ। ਉਸ ਤੋਂ ਬਾਅਦ ਮੈਨੂੰ ਮੈਂ ਆਪਦੀ PR ਲਈ ਅਪਲਾਈ ਕੀਤਾ ਹੋਇਆ ਸੀਗਾ ਐਕਸਪ੍ਰੈਸ ਐਂਟਰੀ ਵਿੱਚ, ਜਿਹਦੇ ਵਿੱਚ ਮੇਰੀ ਇਨਵੀਟੇਸ਼ਨ ਮੈਨੂੰ ਆਲਰੇਡੀ ਆਈ ਹੋਈ ਸੀਗੀ। ਮੇਰੀ PR ਦੇ ਆਲਰੇਡੀ ਸਬਮਿਸ਼ਨ ਹੋਈ ਸੀਗੀ ਫਾਈਲ ਦੀ, ਜਿਹਦੀ ਜਦੋਂ ਉਹਨਾਂ ਨੇ ਵੈਰੀਫਿਕੇਸ਼ਨ ਕੀਤੀ ਤਾਂ ਆਫਟਰ 6 ਈਅਰ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੀ ਆਫਰ ਲੈਟਰ ਤੁਹਾਡੇ ਏਜੰਟ ਨੇ ਤੁਹਾਡੀ ਫਾਈਲ ਦੇ ਵਿੱਚ ਯੂਜ਼ ਕੀਤੀ ਹੈ ਉਹ ਫੇਕ ਹੈ। ਤਾਂ ਉਸ ਤੋਂ ਬਾਅਦ ਜਦੋਂ ਮੈਨੂੰ CBSE ਵੱਲੋਂ ਲੈਟਰ ਆਉਂਦੀ ਹੈ ਤਾਂ ਉਹਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਜਿਹੜੀ ਆਫਰ ਲੈਟਰ ਉਸਨੇ ਮੇਰੇ ਲਈ ਯੂਜ਼ ਕੀਤੀ ਸੀ ਫॉर ਪ੍ਰੋਵਾਈਡ ਮੀ ਅ ਸਟੱਡੀ ਪਰਮਿਟ, ਕਿ ਉਹ ਫੇਕ ਸੀ। ਸੋ ਆਈ ਵਾਜ਼ ਸ਼ੌਕਡ ਔਨ ਦੈਟ ਟਾਈਮ। ਤਾਂ ਇਸ ਕਰਕੇ ਸਾਡੇ ਇਹੀ ਸਵਾਲ ਨੇ ਜਿਹੜੇ ਅਸੀਂ ਅੱਜ ਵੀ ਪੁੱਛਦੇ ਆ ਰਹੇ ਹਾਂ ਕਿ what the immigration officer duty when I apply first from India। ਤਾਂ ਆਪਾਂ ਨੂੰ ਉਹ 3 ਮਹੀਨੇ ਦਾ ਟਾਈਮ ਦਿੰਦੇ ਨੇ ਜਦੋਂ ਆਪਣੀ ਐਪਲੀਕੇਸ਼ਨ ਪ੍ਰੋਸੈਸ ਹੋਣੀ ਹੁੰਦੀ ਹੈ। ਤਾਂ ਉਹਨੇ ਉਸ 3 ਮਹੀਨਿਆਂ ਦੇ ਵਿੱਚ ਕੀ ਕੀਤਾ, ਕਿਉਂ ਉਸਨੇ ਇਹ ਚੈੱਕ ਨਹੀਂ ਕੀਤਾ ਕਿ ਜਿਹੜੀ ਇਹ ਆਫਰ ਲੈਟਰ ਮੇਰੀ ਫਾਈਲ ਵਿੱਚ ਮੇਰੇ ਏਜੰਟ ਦੇ ਦੁਆਰਾ ਲਗਾਈ ਗਈ ਸੀ ਉਹ ਫੇਕ ਸੀ। ਸੈਕਿੰਡ ਪੁਆਇੰਟ ਕਿ ਜਦੋਂ ਮੈਂ ਪੇਰਸਨ 에ਅਰਪੋਰਟ 'ਤੇ ਜਦੋਂ ਮੈਂ ਲੈਂਡ ਕੀਤਾ ਤਾਂ ਮੈਨੂੰ ਸਟੱਡੀ ਪਰਮਿਟ ਇਸ਼ੂ ਹੋਇਆ। ਉੱਥੇ ਵੀ CBSE ਆਫਿਸਰ ਨੇ ਮੇਰੇ ਸਾਰੇ ਡਾਕੂਮੈਂਟ ਚੈੱਕ ਕੀਤੇ। ਵਾਈ ਹੀ ਡਿਡ ਨਾਟ ਗੈਟ ਦਿਸ, ਕਿ ਦ ਆਫਰ ਲੈਟਰ ਵਾਜ਼ ਫੇਕ। I submit my application even 4 to 5 times to the CBSE। ਜਦੋਂ ਮੈਂ ਸਟੱਡੀ ਪਰਮਿਟ ਲਈ ਅਪਲਾਈ ਕੀਤਾ, ਸਟੱਡੀ ਪਰਮਿਟ ਐਕਸਟੈਂਸ਼ਨ ਲਈ ਅਪਲਾਈ ਕੀਤਾ, ਵਰਕ ਪਰਮਿਟ ਲਈ ਅਪਲਾਈ ਕੀਤਾ, PR ਲਈ ਅਪਲਾਈ ਕੀਤਾ, ਤਾਂ ਉਦੋਂ ਇਹਨਾਂ ਨੂੰ ਕਿਉਂ ਨਹੀਂ ਪਤਾ ਚੱਲਿਆ ਕਿ ਆਫਰ ਲੈਟਰ ਵਾਜ਼ ਫੇਕ। ਤਾਂ ਆਫਟਰ 6 ਈਅਰ ਦੇ ਸੈਡ ਦ ਆਫਰ ਲੈਟਰ ਵਾਜ਼ ਫੇਕ। ਸੋ ਦਿਸ ਇਜ਼ ਰੀਅਲੀ I was shocked. It doesn't make any sense. So that's why we are doing a protest here to get the justice, and we are continue this until we did not get the justice for us. ਹਾਂਜੀ, ਮੇਰਾ ਨਾਮ ਚਮਨਦੀਪ ਸਿੰਘ ਹੈ ਜੀ ਤੇ ਮੈਂ ਮੱਤੇਵਾਲ ਪਿੰਡ ਤੋਂ ਬਿਲੋਂਗ ਕਰਦਾ ਜੀ। ਇਹ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਜੀ। ਤੇ ਜਦੋਂ ਮੈਂ ਕੈਨੇਡਾ ਦੀ ਆਪਣੀ ਫਾਈਲ ਲਗਾਉਣੀ ਸੀਗੀ ਤੇ ਮੈਂ ਆਪਣੇ ਫਰੈਂਡਸ ਤੋਂ ਮਤਲਬ ਪੁੱਛਿਆ ਤਾਂ ਇੱਕ ਜਲੰਧਰ ਦਾ ਏਜੰਟ ਮੈਨੂੰ ਮੇਰੇ ਫਰੈਂਡ ਨੇ ਰੈਫਰ ਕੀਤਾ। ਉਹਦਾ ਆਸਟ੍ਰੇਲੀਆ ਦਾ ਵੀਜ਼ਾ ਆਇਆ ਸੀਗਾ ਇਸ ਏਜੰਟ ਤੋਂ, ਉਸ ਦਾ ਨਾਮ ਬਰਜੇਸ਼ ਮਿਸ਼ਰਾ ਸੀਗਾ। ਤੇ ਜਦੋਂ ਮਤਲਬ ਮੇਰੇ ਫਰੈਂਡ ਦਾ ਵੀਜ਼ਾ ਆਇਆ ਸੀਗਾ ਉੱਤੋਂ, ਤੇ ਉਹ ਮੈਨੂੰ ਥੋੜ੍ਹਾ ਜਿਹਾ ਟਰਸਟ ਬਿਲਡਅਪ ਹੋ ਜਾਂਦਾ ਵੀ ਹਾਂ ਆਲਰੇਡੀ ਜਿੱਦਾਂ ਮੇਰੇ ਫਰੈਂਡ ਦਾ ਵੀਜ਼ਾ ਆ ਚੁੱਕਾ ਤੇ ਫਿਰ ਇਹ ਬੰਦਾ ਠੀਕ ਹੋਏਗਾ। ਚਲੋ ਮੈਂ ਚੱਲ ਗਿਆ ਉਹਦੇ ਕੋਲ ਆਪਣੀ ਫਾਈਲ ਲਗਾਉਣ। ਸਭ ਕੁਝ ਨੋਰਮਲ ਰਿਹਾ, ਜਿੱਦਾਂ ਸਾਰਾ ਕੁਝ ਇੱਕ ਨੋਰਮਲ ਫਾਈਲ 'ਚ ਹੁੰਦਾ। ਤੇ ਜਦ ਮੈਂ ਮਤਲਬ ਸਾਰਾ ਕੁਝ ਠੀਕ ਹੋ ਗਿਆ, ਮੇਰਾ ਵੀਜ਼ਾ ਵੀ ਆ ਗਿਆ, ਸਭ ਕੁਝ ਡਨ ਹੋ ਗਿਆ ਨਾ, ਤੇ ਮਤਲਬ ਇੱਧਰ ਆ ਗਿਆ ਮੈਂ। ਤੇ ਜਦ ਮੈਂ ਇੱਧਰ ਆਇਆ ਤਾਂ ਮੈਨੂੰ ਮੇਰਾ ਏਜੰਟ ਕਾਲ ਕਰਕੇ ਕਹਿੰਦਾ ਵੀ ਜਿਹੜਾ ਤੁਹਾਡਾ ਮਤਲਬ ਕਾਲਜ ਆ ਉਹਦੀਆਂ ਤੁਹਾਡੇ ਕੋਰਸ ਦੀਆਂ ਸੀਟਸ ਫੁੱਲ ਹੋ ਗਈਆਂ। ਸੋ ਉਹ ਦੋ ਆਪਸ਼ਨਸ ਦਿੰਦਾ ਮੈਨੂੰ ਵੀ ਜੇ ਤੂੰ ਸੇਮ ਕਾਲਜ 'ਚ ਮਤਲਬ ਅੱਗੇ ਕੰਟੀਨਿਊ ਕਰਨਾ ਤਾਂ ਤੈਨੂੰ ਨੈਕਸਟ ਉਹਦੇ ਵਿੱਚ ਜਾਣਾ ਪਏਗਾ ਸਮੈਸਟਰ ਦੇ ਵਿੱਚ। ਬਟ ਉਹਦੇ 'ਚ ਇਹ ਰਿਸਕ ਸੀਗਾ ਵੀ ਜਦੋਂ ਆਪਾਂ ਮਤਲਬ ਵਿੱਚ ਗੈਪ ਪੈ ਜਾਣਾ ਸੀਗਾ ਮੇਰੀ ਸਟੱਡੀ ਦੇ ਵਿੱਚ। ਸੋ ਜੋ ਕਿ ਮੇਰੀ ਇਮੀਗ੍ਰੇਸ਼ਨ ਫਾਈਲ 'ਚ ਬਹੁਤ ਪ੍ਰੋਬਲਮ ਕਰ ਸਕਦਾ ਸੀਗਾ ਅੱਗੇ ਜਾ ਕੇ। ਸੋ ਮੈਂ ਦੂਜੀ ਆਪਸ਼ਨ ਉਹਨੇ ਮੈਨੂੰ ਦਿੱਤੀ ਸੀਗੀ ਵੀ ਉਹ ਕਾਲਜ ਚੇਂਜ ਕਰ ਲਾ, ਉਹ ਮੇਰੀ ਫੀਸ ਰਿਫੰਡ ਵਿੱਚ ਹੈਲਪ ਕਰ ਦੂਗਾ ਸਾਰੀ। ਤੇ ਮੈਂ ਆਪਣੇ ਫਰੈਂਡਸ ਵਗੈਰਾ ਤੋਂ ਇੱਥੋਂ ਮਤਲਬ ਆਪਣਾ ਕਨਫਰਮ ਕੀਤਾ ਵੀ ਕਾਲਜ ਚੇਂਜ ਕਰ ਸਕਦੇ ਕਿ ਨਹੀਂ। ਸੋ ਮੇਰੇ ਫਰੈਂਡਸ ਕਹਿੰਦੇ ਇਟਸ ਮਤਲਬ ਬੜਾ ਨੋਰਮਲ ਗੱਲ ਆ ਕਾਲਜ ਚੇਂਜ ਕਰਨੇ, ਵੀ ਨੋਰਮਲ ਜੀ ਗੱਲ ਆ। ਆਲਮੋਸਟ 80-90% ਲੋਕੀ ਕਰ ਹੀ ਲੈਂਦੇ ਆ।
ਸੋ ਮੈਂ ਕਿਹਾ ਓਕੇ ਠੀਕ ਆ ਹਨਾ ਵੀ ਉਹਨੇ ਚਲੋ ਉਹਨੇ ਮੇਰੀ ਫੀਸ ਰਿਫੰਡ ਕਰਵਾਤੀ ਤੇ ਉਹਨੇ ਮੇਰੇ ਮਤਲਬ ਅਕਾਊਂਟ 'ਚ ਭੇਜ ਦਿੱਤੀ। ਤੇ ਇਹੋ ਜਿਹੀ ਫਿਰ ਇਹ 'ਚ ਕੋਈ ਐਕਟੀਵਿਟੀ ਨਹੀਂ ਹੋਈ ਵੀ ਮੈਨੂੰ ਉੱਥੇ ਜਮਾ ਵੀ ਸ਼ੱਕ ਪੈਂਦਾ। ਤੇ ਉਦੋਂ ਜਿਹੜਾ ਟਾਈਮ ਪੀਰੀਅਡ ਸੀਗਾ ਉਦੋਂ ਕਾਲਜਸ ਓਵਰਬੁੱਕ ਵੀ ਬਹੁਤ ਹੋ ਰਹੇ ਸੀਗੇ ਤੇ ਉਹ ਵੀ ਇੱਕ ਨਾਰਮਲ ਜੀ ਥਿੰਕ ਸੀਗੀ ਵੀ ਉਹ ਸੀਟ ਹੋਲਡ ਨਹੀਂ ਕਰ ਪਾਇਆ ਜਾਂ ਨਾ ਮੈਨੂੰ ਕੋਈ ਸ਼ੱਕ ਨਹੀਂ ਪਿਆ। ਤੇ ਮੈਂ ਆਪਣਾ ਕਾਲਜ ਲੱਭ ਲਿਆ ਇੱਥੇ ਦੁਬਾਰਾ। ਉਹਨੇ ਉਹ ਫੀਸ ਜਿਹੜੀ ਆਈ ਸੀ ਮੈਂ ਦੁਬਾਰਾ ਅੱਗੇ ਟਰਾਂਸਫਰ ਕਰਤੀ ਫੀਸ ਆਪਣੇ ਨਵੇਂ ਕਾਲਜ 'ਚ ਪੜ੍ਹਾਈ ਕੀਤੀ ਆ, ਵਰਕ ਪਰਮਿਟ ਅਪਲਾਈ ਕੀਤਾ। ਫਿਰ ਮੈਂ ਆਪਣੀ PR ਲਈ ਵਿਨੀਪੈਗ ਮੂਵ ਹੋ ਗਿਆ ਤੇ ਉਸ ਤੋਂ ਬਾਅਦ ਮੈਨੂੰ ਸਾਲ ਕੁ ਬਾਅਦ ਮਤਲਬ ਵਰਕ ਪਰਮਿਟ ਅਪਲਾਈ ਕਰਨ ਤੋਂ ਸਾਲ 6-7 ਮਹੀਨਿਆਂ ਬਾਅਦ ਮੈਨੂੰ ਲੈਟਰ ਆਉਂਦੀ ਆ ਵੀ ਤੁਹਾਡੀ ਜੋ ਮਤਲਬ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਵੀ ਤੁਹਾਡੀ ਜੋ ਆਫਰ ਲੈਟਰ ਆ ਉਹ ਫਰਾਡਲੈਂਟ ਆ ਜਿਹੜੀ ਤੁਸੀਂ 에ਅਰਪੋਰਟ ਦੇ ਉੱਤੇ ਦਿਖਾਈ ਸੀ। ਤੇ ਉਹ ਮੈਂ ਤਾਂ ਟੋਟਲੀ ਮਤਲਬ ਸ਼ੌਕ ਹੋ ਗਿਆ ਉਦੋਂ ਵੀ ਇਹ ਕੀ ਹੋ ਗਿਆ ਮੇਰੇ ਨਾਲ, ਕਿਉਂਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਦਾਂ ਹੋਣਾ ਜਾਂ ਇਹ ਹੋ ਗਿਆ ਹੈ ਨਾ। ਮੈਂ ਆਪਣੇ ਮਤਲਬ ਸੇਮ ਏਜੰਟ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਚਲੋ ਫੋਨ ਫਾਨ ਮੇਰੇ ਕੋਲ ਲੱਗਾ ਨਹੀਂ ਇੱਧਰੋਂ ਸਿੱਧਾ। ਸੋ ਮੈਂ ਆਪਣੇ ਫਾਦਰ ਸਾਹਿਬ ਨੂੰ ਭੇਜਿਆ ਉੱਥੇ ਉਹਦੇ ਕੋਲ ਜਲੰਧਰ। ਤੇ ਜਦੋਂ ਉਹ ਗਏ ਤੇ ਉਹਨੇ ਲਾਰਾ ਲੱਪਾ ਜਿਹਾ ਲਾ ਕੇ ਭੇਜਤਾ ਵੀ ਸਾਰਾ ਕੁਝ ਠੀਕ ਆ, ਮਤਲਬ ਵੀ ਉਹ ਗਲਤੀ ਨਾਲ ਲੈਟਰ ਭੇਜਤੀ ਆ ਤੇ ਦੋ ਕੁ ਇੰਟਰਵਿਊ ਹੋਣਗੀਆਂ, ਸਭ ਕੁਝ ਨਾਰਮਲ ਹੋ ਜਾਊਗਾ। ਤੇ ਮੇਰੇ ਪੇਰੈਂਟਸ ਨੂੰ ਇੰਨਾ ਪਤਾ ਨਹੀਂ ਸੀਗਾ ਵੀ ਕੈਨੇਡਾ ਦੇ ਰੂਲ ਵਗੈਰਾ ਕੀ ਨੇ। ਸੋ ਉਹ ਆ ਗਏ ਹੈ ਨਾ ਵਾਪਸ ਗੱਲ ਸੁਣ ਕੇ ਉਹਨਾਂ ਮੈਨੂੰ ਦੱਸਿਆ ਵੀ ਇੱਦਾਂ ਹੋਇਆ ਜੇ ਉਹ। ਤਾਂ ਮਤਲਬ ਮੈਂ ਫਿਰ ਠੀਕ ਆ ਮੈਂ ਕਿਹਾ ਵੀ ਨਹੀਂ ਮਤਲਬ ਇਹ ਗੱਲ ਮਤਲਬ ਸੀਰੀਅਸ ਗੱਲ ਆ ਮਤਲਬ ਮੈਂ, ਕਿਉਂਕਿ ਉਸ ਤੋਂ ਬਾਅਦ ਫਿਰ ਮੈਂ ਇੰਟਰਵਿਊ 'ਤੇ ਵੀ ਗਿਆ ਨਾ CBSE ਨੇ ਮੈਨੂੰ ਸਾਰਾ ਐਕਸਪਲੇਨ ਕੀਤਾ। ਤਾਂ ਮੈਂ ਮਤਲਬ ਆਪਣੇ ਪੇਰੈਂਟਸ ਨੂੰ ਕਿਹਾ ਵੀ ਨਹੀਂ ਇਹ ਸੀਰੀਅਸ ਗੱਲ ਆ, ਉਹਨੂੰ ਦੁਬਾਰਾ ਜਾਓ ਉਹਨੂੰ ਮਤਲਬ ਪੁੱਛੋ ਵੀ ਇਹ ਕਿਉਂ ਕੀਤਾ ਕੀ ਕੀਤਾ ਨਾ ਕੀ ਹਿਸਾਬ ਵਾ। ਤਾਂ ਦੁਬਾਰਾ ਜਦੋਂ ਉਹਨਾਂ ਟਰਾਈ ਗਏ ਉੱਥੇ ਤਾਂ ਉੱਥੇ ਸੀਗਾ ਹੀ ਨਹੀਂ ਹੈ ਨਾ, ਮਤਲਬ ਦੁਬਾਰਾ ਜਾਣ ਦੀ ਜਦੋਂ ਕੋਸ਼ਿਸ਼ ਕੀਤੀ ਉਹ ਹੈਗਾ ਹੀ ਨਹੀਂ ਸੀਗਾ, ਉੱਥੇ ਭੱਜ ਚੁੱਕਾ ਸੀ। ਫਿਰ ਮਤਲਬ ਜੋ ਵੀ ਆਪਣਾ ਹੀ ਕੇਸ ਵਗੈਰਾ ਇੱਥੇ ਆਪਣਾ ਫਾਈਟ ਮਤਲਬ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਿਹੜੇ ਮੇਰੇ ਮਤਲਬ ਇੱਦਾਂ ਦੇ ਕੇਸ ਸੀਗੇ ਸਾਰੇ ਉਹਨਾਂ ਦੇ ਵਿੱਚ ਜੋ ਵੀ ਅੱਜ ਤੱਕ ਰਿਜ਼ਲਟ ਆਏ ਸੀਗੇ ਉਹ ਨੈਗੇਟਿਵ ਹੀ ਆਏ ਸੀਗੇ। ਮਤਲਬ ਜੱਜ ਵੀ ਈਵਨ ਜੱਜ ਵੀ ਆਪਣੀ ਸਿੰਪਥੀ ਸ਼ੋਅ ਕਰਦੇ ਆ ਜਦੋਂ ਆਪਾਂ ਹੀਅਰਿੰਗ ਵਗੈਰਾ 'ਚ ਜਾਂਦੇ ਆ। ਤਾਂ ਜੱਜ ਵੀ ਕਹਿੰਦੇ ਆ ਵੀ ਜੋ ਤੁਸੀਂ ਮਤਲਬ ਹਾਂ ਵੀ ਨੋ ਹੈ ਨਾ ਵੀ ਕੀ ਹੋਇਆ ਕੀ ਨਹੀਂ, ਬਟ ਉਹ ਕਹਿੰਦੇ ਅਸੀਂ ਇਸ ਰੂਲ ਤੋਂ ਬਾਹਰ ਨਹੀਂ ਜਾ ਸਕਦੇ। ਸੋ ਇਹੀ ਸੀਗਾ ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਇੱਦਾਂ ਕਿਉਂਕਿ ਸਭ ਕੁਝ ਠੀਕ ਸੀਗਾ ਸਾਡੀ ਫਾਈਲ 'ਚ, ਈਵਨ ਕਿ ਮੇਰੇ ਆਇਲਸ 'ਚੋਂ ਵੀ 7 ਬੈਂਡ ਸੀਗੇ। ਸੋ ਮੈਨੂੰ ਲੋੜ ਹੀ ਕੀ ਸੀਗੀ ਫੇਕ ਆਫਰ ਲੈਟਰ ਦੀ। ਦੂਜੀ ਗੱਲ ਮੇਰੀ ਇੰਟੈਂਸ਼ਨ ਜੇ ਮੇਰੀ ਪੜ੍ਹਾਈ ਕਰਨੀ ਇੰਟੈਂਸ਼ਨ ਸੀ ਤੇ ਮੈਂ ਇੱਥੇ ਆਇਆ ਮੈਂ ਪੜ੍ਹਾਈ ਕੀਤੀ। ਜੇ ਮੇਰੀ ਇੰਟੈਂਸ਼ਨ ਹੀ ਬਸ ਕੈਨੇਡਾ 'ਚ ਆ ਕੇ ਬਸ ਕੈਨੇਡਾ ਐਂਟਰ ਹੋਣ ਦੀ ਹੁੰਦੀ ਤਾਂ ਮੈਂ ਕੈਨੇਡਾ ਆ ਕੇ ਮੇਰੇ ਕੋਲ ਬੜੇ ਆਪਸ਼ਨ ਸੀਗੇ। ਸੋ ਮੇਰੀ ਪੜ੍ਹਾਈ ਕਰਨ ਦੀ ਇੰਟੈਂਸ਼ਨ ਸੀ, ਇਸੇ ਕਰਕੇ ਮੈਂ ਇੱਥੇ ਆ ਕੇ ਪੜ੍ਹਾਈ ਕੀਤੀ। ਦੂਜੀ ਗੱਲ ਮੈਂ ਕੈਪੇਬਲ ਸੀਗਾ ਵੀ ਮੈਨੂੰ ਆਫਰ ਲੈਟਰ ਮਿਲ ਸਕੇ, ਇਸ ਲਈ ਮੈਨੂੰ ਦੁਬਾਰਾ ਸਟੱਡੀ ਕੀਤੀ। ਸੋ ਦੂਜੀ ਮੈਂ ਜਿਹੜੇ ਇੰਡੀਆ ਤੋਂ ਹਜੇ ਵੀ ਇਹ ਬਾਕੀ ਇਹ ਜਿਹੜਾ ਫਰਾਡ ਆ ਸਟਿਲ ਔਨ ਗੋਇੰਗ ਆ। ਸਾਨੂੰ ਬੜੇ ਸਟੂਡੈਂਟਸ ਮਿਲੇ ਨੇ ਜਿਹੜੇ ਰੀਸੈਂਟਲੀ ਆਏ ਨੇ ਇੱਥੇ ਤੇ ਉਹਨਾਂ ਦੇ ਉੱਤੇ ਸੇਮ ਕੇਸ ਪੈ ਗਏ ਹੋਣਾ ਨਾ। ਸੋ ਜਿਹੜੇ ਇੰਡੀਆ 'ਚ ਬੈਠੇ ਆ ਮੈਂ ਤਾਂ ਉਹਨਾਂ ਦੇ ਅੱਗੇ ਇਹ ਅਪੀਲ ਕਰਨਾ ਚਾਹੂੰਗਾ ਵੀ ਆਪ ਰਿਸਰਚ ਕਰੋ, ਪਹਿਲਾਂ ਦੇਖੋ YouTube ਕਰੋ, Google ਕਰੋ ਵੀ ਕੀ ਹੋ ਰਿਹਾ ਕੀ ਨਹੀਂ। ਸੋ ਦੂਜੀ ਗੱਲ ਇਹ ਵੀ ਜਿਹੜੇ ਜਿੱਦਾਂ RCIC ਮੈਂਬਰ ਜਾਂ ਜਿਹੜੇ ਰਜਿਸਟਰਡ ਕੰਸਲਟੈਂਟ ਨੇ ਟਰਾਈ ਕਰੋ ਉਹਨਾਂ ਤੋਂ ਫਾਈਲ ਲਗਵਾਓ, ਕਿਉਂਕਿ ਉਹਨਾਂ ਕੋਲ ਰਿਸਕ ਬਹੁਤ ਘੱਟ ਹੁੰਦਾ। ਫਿਰ ਜਦੋਂ ਉਹ ਫਾਈਲ ਉਹਨਾਂ ਤੋਂ ਲਗਾਓਗੇ ਤਾਂ ਉਹ ਫਰਾਡ ਵਗੈਰਾ ਕਰਨ ਦਾ ਰਿਸਕ ਬਹੁਤ ਘੱਟ ਹੁੰਦਾ। ਸੋ ਇਹ 2-3 ਚੀਜ਼ਾਂ ਮੇਨ ਨੇ। ਬਾਕੀ ਦੇਖੋ ਅਸੀਂ ਫਾਈਟ ਕਰਦੇ ਪਏ ਇੱਥੇ ਧਰਨੇ ਦੇ ਉੱਤੇ, ਜਿੰਨਾ ਚਿਰ ਸਾਡੀਆਂ ਮੰਗਾਂ ਵਗੈਰਾ ਨਹੀਂ ਪੂਰੀਆਂ ਹੁੰਦੀਆਂ ਉਹਨਾਂ ਚਿਰ ਇੱਥੇ ਅਸੀਂ ਪ੍ਰੋਟੈਸਟ 'ਤੇ ਹਾਂ। 24 ਘੰਟੇ ਇੱਥੇ ਅਸੀਂ ਆਲਮੋਸਟ ਸਾਨੂੰ 16-17 ਦਿਨ ਹੋ ਗਏ ਅੱਜ, ਤੇ ਦਿਨ ਰਾਤ ਇੱਥੇ ਅਸੀਂ 24 ਘੰਟੇ ਮੀਂਹ ਆਵੇ ਹਨੇਰੀ ਆਵੇ। ਅੱਜ ਤਾਂ ਮੀਂਹ ਆਇਆ ਸੀਗਾ। ਸੋ ਬਹੁਤ ਮੁਸ਼ਕਲ ਹਾਲਾਤ ਸੀਗੇ ਹੈ ਨਾ ਵੀ ਪਾਣੀ ਖੜ ਗਿਆ ਸੀ ਆਲਮੋਸਟ ਗਿੱਠ। ਸੋ ਟਰਾਈ ਕੀਤਾ ਅਸੀਂ ਵੀ ਜੋ ਵੀ ਆਪਾਂ ਕਰ ਸਕਦੇ। ਸੰਗਤ ਨੇ ਬਹੁਤ ਹੈਲਪ ਕੀਤੀ ਸਾਡੀ, ਜਿਵੇਂ ਖਾਲਸਾ ਏਡ ਵੀ ਹੋ ਗਈ, ਬਹੁਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਸਾਰਿਆਂ ਨੇ ਸਾਡੀ ਹੈਲਪ ਕਰ ਰਹੀਆਂ ਨੇ ਹੁਣ। ਸੋ ਗਵਰਨਮੈਂਟ ਵੀ ਹੁਣ ਗਵਰਨਮੈਂਟ ਦੇ ਅਫੀਸ਼ੀਅਲਸ ਤੇ ਵੀ ਬਿਆਨ ਆ ਰਹੇ ਨੇ ਵੀ ਹਾਂ ਤੁਸੀਂ ਮਤਲਬ ਵੀ ਨੋ ਵੀ ਤੁਹਾਡਾ ਕੋਈ ਨਹੀਂ ਸੀਗਾ। ਦੇਖੋ ਬਟ ਕਦੋਂ ਤੱਕ ਸਾਡੀਆਂ ਮੰਗਾਂ ਮੰਨੀਆਂ ਜਾਂਦੀਆਂ, ਜਿੰਨਾ ਚਿਰ ਨਹੀਂ ਮੰਨੀਆਂ ਜਾਂਦੀਆਂ ਅਸੀਂ ਪ੍ਰੋਟੈਸਟ 'ਤੇ ਇੱਥੇ ਹੀ ਬੈਠੇ ਰਹਾਂਗੇ। My name is Vinay Sally. I came here like in Canada in 2018 September as an international student. So when I was in India, I was working in a multinational company for sales, and then somebody suggested me of the agent named Brijesh Mishra for my study visa to Canada.
So I chose him, and he like offered me a college of pharmacy technician in Fenshoff College in London. So I landed here in September 2018. When I landed here, I got a call from him, and he said like, you can't go to that college anymore because the college is no more accepting you. So when I asked him like, what's the reason why the like I can't go to the college, so he said like, the seats are full. So if you want to go to the same college, you have to wait for another 1 year. And to the friend whom I stayed with, he told me like, when you come here on a study permit, you can't put a gap of more than 150 days to continue your studies. Otherwise, in the future, there will be a problem. So then I hired an agent in Mississauga for my further studies. So he gave me a college in Montreal, Montreal College of Information Technology. He gave me a course of web development and digital marketing because I have a sales experience in India. So I started my studies over there. Just after a couple of months, I landed here in Canada in the month of November 2018. So I completed my studies, full course that was of 18 months on April 2020, and then I applied for my work permit. So my work permit file, it went to the Etobicoke, and it stayed there for almost a year. And during that time, I just got a letter from the CBSA, which state that there is an inadmissible case against you, that you have arrived in Canada on a fraudulent acceptance letter. So it was a very shocking moment for me because everything going was so smooth in Canada. I was applied for my work permit. I was getting an experience for applying for my permanent residence, and suddenly out of somewhere I just got a letter which states that I arrived here at with a fraudulent acceptance letter. So from there till now, we are fighting for justice, and just like it's been 15 days, we have started doing our protest with a group of students who are victims of the same thing. Most of us have come through the same agent, but there are few more culprits who are playing the role in this misrepresentation case. So right now I'm done with my immigration hearings. I'm just waiting for my result. Some some students have already received the exclusion order. I have not received yet, but I'm waiting for that one. So I just want everybody to support us, and already I'm very thankful to the people who come here protest every evening, every like it's a 24-hour protest. So many people come here to support us. So I just want to say one thing to the viewers: if we are not done anything wrong, that's the only reason why people are coming here to support us. Otherwise, nobody will come to support us if we are the culprits. So we need to understand this thing, and especially for the people who are coming in the near future, make sure to get your letter of acceptance from the college verified and then arrive here. Otherwise, you have to go to the same circumstances we are going through right now. So that's my request, and that's my message to everybody who are just coming to the Canada or planning in the near future to come here. Thank you, everyone. ਇੱਥੇ ਸਟੂਡੈਂਟਸ 6900 에ਅਰਪੋਰਟ ਰੋਡ ਦੇ ਉੱਤੇ 24 ਆਵਰ ਪ੍ਰੋਟੈਸਟ ਕਰਦੇ ਪਏ ਆ ਤੇ ਅੱਜ ਸਾਨੂੰ ਪ੍ਰੋਟੈਸਟ ਦਾ ਸਾਡੇ 15ਵਾਂ ਦਿਨ ਹੋ ਚੁੱਕਾ ਹੈ। 24 ਘੰਟੇ ਅਸੀਂ ਇੱਥੇ ਹੀ ਆ ਜੀ, ਭਾਵੇਂ ਦਿਨ ਰਾਤ ਮੀਂਹ ਆਵੇ ਜੋ ਮਰਜ਼ੀ ਆਵੇ। ਹਾਲਾਤ ਅੱਜ ਥੋੜ੍ਹੇ ਜਿਹੇ ਖਰਾਬ ਹੋਏ ਸੀਗੇ ਵੈਦਰ ਦਾ ਕਰਕੇ, ਬਟ ਹੌਸਲੇ ਨਹੀਂ ਡੋਲੇ ਸਾਡੇ। ਉਹਨਾਂ ਚਿਰ ਲੜਦੇ ਰਵਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀ ਤਰ੍ਹਾਂ ਮੰਨੀਆਂ ਨਹੀਂ ਜਾਣਗੀਆਂ। ਇੱਥੇ ਹੀ ਆ ਜੀ, ਜੋ ਮਰਜ਼ੀ ਮੀਂਹ ਆਵੇ, ਹਨੇਰੀ ਆਵੇ, ਝੱਖੜ ਆਵੇ, ਧੁੱਪ, ਜੋ ਮਰਜ਼ੀ ਹੋਵੇ, ਪ੍ਰੋਟੈਸਟ ਕਰਦੇ ਰਹਾਂਗੇ ਜਿੰਨਾ ਚਿਰ ਮਹਾਰਾਜ ਨੇ ਹੌਸਲਾ ਬਖਸ਼ਿਆ ਉਹਨਾਂ ਚਿਰ ਲੜਦੇ ਰਹਾਂਗੇ। ਹਾਂਜੀ, ਧੰਨਵਾਦ।